ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਰਜੀਵ ਭਾਸਕਰ ਜੀ ਔਰ ਇੰਦਰਪ੍ਰੀਤ ਜੀ। ਦੋਨਾਂ ਨੂੰ ਜੀ ਆਏ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਥੈਂਕ ਯੂ ਜੀ, ਥੈਂਕ ਯੂ। ਇੰਦਰਪ੍ਰੀਤ ਜੀ ਹੁਣੇ ਹੀ ਸੈਕਟਰੀਏਟ ਦੇ ਬਾਹਰ ਖੜੇ ਨੇ। ਮੁੱਖ ਮੰਤਰੀ ਦੀ ਪ੍ਰੈਸ ਕਾਨਫਰੰਸ ਖਤਮ ਹੋਈ ਆ। ਇਹਦਾ ਸਭ ਤੋਂ ਰੌਚਕ ਤੇ ਵੱਖਰਾ ਪਹਿਲੂ ਇਹ ਸੀਗਾ ਕਿ ਅੱਜ ਮਨਜਿੰਦਰ ਸਿੰਘ ਸਿਰਸਾ ਕੋਈ 8-9 ਘੰਟੇ ਪਹਿਲਾਂ ਇੱਕ ਟਵੀਟ ਕਰਦੇ ਆ ਜਿਹਦੇ ਵਿੱਚ ਇੱਕ ਮੰਤਰੀ ਦਾ ਜ਼ਿਕਰ ਕਰਕੇ ਲਾਲ ਚੰਦ ਕਟਾਰੂ ਚੱਕ ਦਾ ਉਹ ਕਹਿੰਦੇ ਕਿ ਇੱਕ ਬੜੀ ਅਜੀਬੋ-ਗਰੀਬ ਵੀਡੀਓ ਜਿਹੜੀ ਹੈ ਗਵਰਨਰ ਨੂੰ ਸਬਮਿਟ ਕੀਤੀ ਗਈ ਸੀ ਤੇ ਇਹਦੇ ਸੰਬੰਧੀ ਕਟਾਰੂ ਚੱਕ ਦਾ ਅਸਤੀਫਾ ਪਹੁੰਚ ਚੁੱਕਿਆ ਤੇ ਮੁੱਖ ਮੰਤਰੀ ਐਲਾਨ ਕਰਨਗੇ। ਪਰ ਮੁੱਖ ਮੰਤਰੀ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਜਦੋਂ ਇਹਦੇ ਤੇ ਜਵਾਬ ਦਿੰਦੇ ਆ ਤੇ ਉਹਨਾਂ ਦੀ ਬਾਡੀ ਲੈਂਗੁਏਜ ਕੀ ਸੀਗੀ ਔਰ ਉਹਨਾਂ ਦੇ ਲਫ਼ਜ਼ ਜਿਹੜੇ ਆ ਉਹ ਕੀ ਇੰਡੀਕੇਟ ਕਰਦੇ ਸੀ, ਇਹਦੇ ਉੱਤੇ ਆਪਾਂ ਗੱਲ ਕਰਦੇ ਆ। ਹੁਣ ਜੋ 7:30 ਤੋਂ 2 ਵਜੇ ਤੱਕ ਦਫ਼ਤਰਾਂ ਦੇ ਟਾਈਮਿੰਗ ਦੇ ਨਜ਼ਰੀਏ ਤੋਂ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਸੀ, ਪਰ ਇਹਦੇ ਅਰਥ ਹੋਰ ਜ਼ਿਆਦਾ ਵੱਖਰੇ ਸੀ। ਆਪਾਂ ਉਹ ਗੱਲ ਕਰਾਂਗੇ। ਸਵਾਲ ਇੱਕ ਉਸ ਤੋਂ ਵੀ ਅਗਲਾ ਤੁਰ ਪੈਂਦਾ ਹੈ। ਨਸ਼ਿਆਂ ਦੇ ਉੱਤੇ ਇੱਕ ਖਾਸ ਤਰ੍ਹਾਂ ਦੀ ਮੁਹਿੰਮ ਦਾ ਜ਼ਿਕਰ ਹੋ ਰਿਹਾ। ਨਸ਼ਿਆਂ ਦੇ ਉੱਤੇ ਇੱਕ ਵਾਰੀ ਫਿਰ ਫੋਕਸ ਆ ਰਿਹਾ ਕਿ ਅਗਲੇ ਦਿਨਾਂ ਦੇ ਵਿੱਚ ਪੁਰਾਣੇ ਚਰਚਿਤ ਚਿਹਰੇ ਫਿਰ ਪੰਗੇ 'ਚ ਆਉਣ ਵਾਲੇ ਆ। ਇਹਦੇ ਸਿਆਸੀ ਅਰਥ ਵੀ ਕੱਢੇ ਜਾਣ। ਇੱਕ ਬਹੁਤ ਵੱਡੀ ਕੰਪੇਨ ਇਸ ਦੌਰ ਦੇ ਵਿੱਚ, ਕਿਉਂਕਿ ਆਪਾਂ ਇੰਦਰਜੀਤ ਦੇ ਮਾਮਲੇ 'ਚ ਹਾਈ ਕੋਰਟ 'ਚ ਗਈ ਉਸ ਐਪਲੀਕੇਸ਼ਨ ਦਾ ਵੀ ਜ਼ਿਕਰ ਕਰ ਸਕਦੇ ਹਾਂ ਜਿਹਦੇ ਵਿੱਚ ਉਹਦੇ ਖਿਲਾਫ ਜਿਹੜੀ ਟਰਾਇਲ ਹੈ ਉਹਨੂੰ ਅੱਗੇ ਵਧਾਉਣ ਦਾ ਜਾਂ ਪ੍ਰਵਾਨਗੀ ਦੇਣ ਦਾ ਮਾਮਲਾ, ਇਹ ਸਾਰੇ ਮਾਮਲੇ ਵਧਾਉਂਦੇ ਆ। ਸਾਬਕਾ ਡੀਜੀਪੀ ਸਿਧਾਰਥ ਚੱਟੋਪਾਧਿਆਏ ਕਈ ਤਰ੍ਹਾਂ ਦੇ ਵਿਵਾਦਾਂ ਨਾਲ ਉਹਨਾਂ ਦਾ ਨਾਤਾ ਹੈ। ਹੁਣ ਇੱਕ ਨਵੇਂ ਵਿਵਾਦ ਨੇ ਉਹਨਾਂ ਨੂੰ ਘੇਰ ਲਿਆ, ਉਹਨਾਂ ਨੂੰ ਚਾਰਜਸ਼ੀਟ ਦਾ ਸਾਹਮਣਾ ਹੈ। ਇਸੇ ਤਰੀਕੇ ਨਾਲ ਅਗਲੀ ਖਬਰ ਵੀ ਕਾਫੀ ਦਿਲਚਸਪ ਤੇ ਅਹਿਮ ਆ ਕਿ ਦੇਸ਼ ਦੇ ਵਿੱਚ ਦੇਸ਼ ਧਰੋਹ ਸੈਡੀਸ਼ਨ ਲਾਜ਼ ਦੇ ਉੱਤੇ ਕੇਂਦਰ ਨੇ ਆਪਣਾ ਪੱਖ ਸੁਪਰੀਮ ਕੋਰਟ 'ਚ ਰੱਖਿਆ। ਇਹਦੇ ਬੜੇ ਵੱਡੇ ਅਰਥ ਨੇ ਤੇ ਆਖਰ ਦੇ ਵਿੱਚ ਸਟੇਟ ਇੱਕ ਵਾਰੀ 2018 'ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਕਾਰਪਸ ਫੰਡ ਲਿਆਉਣ ਲਈ ਕਾਨੂੰਨ ਲੈ ਕੇ ਆਈ ਸੀਗੀ। ਇਹਦੇ ਉੱਤੇ ਹੁਣ ਤੱਕ ਪੂਣੀ ਨਹੀਂ ਕੱਤੀ ਗਈ। ਇਹ ਸਾਰੇ ਸਵਾਲ ਲੈਣੇ। ਸਭ ਤੋਂ ਪਹਿਲਾਂ ਇੰਦਰਪ੍ਰੀਤ ਜੀ, ਹੁਣੇ ਮੁੱਖ ਮੰਤਰੀ ਇਸ ਗੱਲ ਤੋਂ ਇਨਕਾਰ ਤਾਂ ਕਰ ਦਿੰਦੇ ਆ ਕਿ ਮੇਰੇ ਕੋਲ ਕੋਈ ਅਸਤੀਫਾ ਨਹੀਂ ਆਇਆ। ਜੇ ਸਿਰਸੇ ਕੋਲ ਆਇਆ ਤੇ ਉਹਨੂੰ ਪਤਾ ਹੋਊਗਾ। ਇਹ ਲਾਲ ਚੰਦ ਕਟਾਰੂ ਚੱਕ ਦਾ ਨਾਂ ਕਿਉਂ ਆ ਰਿਹਾ? ਕੱਲ ਤੱਕ ਤਾਂ ਸੁਖਪਾਲ ਸਿੰਘ ਖਹਿਰਾ ਨੇ ਜਦੋਂ ਜ਼ਿਕਰ ਕੀਤਾ ਸੀ ਵੀਡੀਓ ਦਾ, ਕਿਸੇ ਦਾ ਨਾਂ ਨਹੀਂ ਸੀ। ਮਨਜਿੰਦਰ ਸਿੰਘ ਸਿਰਸਾ ਕੈਟੇਗੋਰੀਕਲੀ ਨਾਂ ਲਿਖ ਦਿੰਦੇ ਆ ਕਿ ਲਾਲ ਚੰਦ ਕਟਾਰੂ ਦੀ ਵੀਡੀਓ। ਇਹਨੂੰ ਕਿਵੇਂ ਲਈਏ? ਕਿਉਂਕਿ ਇਹ ਲੋਕ ਉਹ ਨੇ ਤੱਥਾਂ ਨਾਲ ਅਕਸਰ ਆਉਂਦੇ ਹੁੰਦੇ ਆ। ਇਹਨਾਂ ਨੂੰ ਵੀ ਪਤਾ ਹੈ ਕਿ ਇੱਥੇ ਮਾਨਹਾਨੀ ਤੋਂ ਲੈ ਕੇ ਹੋਰ ਮਾਮਲੇ ਵੀ ਫੇਸ ਕਰਨੇ ਪੈ ਸਕਦੇ ਆ। ਇਹਨੂੰ ਕਿਵੇਂ ਲਈਏ? ਰੰਧਾਵਾ ਸਾਹਿਬ ਦੇਖੋ, ਬਿਲਕੁਲ ਤੁਸੀਂ ਠੀਕ ਕਿਹਾ। ਸੁਖਪਾਲ ਖਹਿਰਾ ਤੱਥਾਂ ਤੋਂ ਬਿਨਾਂ ਨਹੀਂ ਆਉਂਦੇ ਕਿਸੇ ਵੀ ਚੀਜ਼ ਤੋਂ। ਕੱਲ ਵੀ ਜਦੋਂ ਉਹਨਾਂ ਨੇ ਵੀਡੀਓਜ਼ ਜਿਹੜੇ ਗਵਰਨਰ ਸਾਹਿਬ ਨੂੰ ਦਿੱਤੇ ਹੈ, ਉਹਨਾਂ ਨੇ ਕਿਸੇ ਮੰਤਰੀ ਦਾ ਨਾਂ ਨਹੀਂ ਲਿਆ ਹੈਗਾ। ਉਹਨਾਂ ਨੇ ਇੱਕ ਮੰਤਰੀ ਕਿਹਾ ਔਰ ਬਾਹਰ ਵੀ ਜਦੋਂ ਆ ਕੇ ਉਹ ਪੱਤਰਕਾਰਾਂ ਨਾਲ ਗੱਲ ਕੀਤੀ ਉਹਨਾਂ ਨੇ, ਤਾਂ ਵੀ ਉੱਥੇ ਉਹਨਾਂ ਨੇ ਮੰਤਰੀ ਦਾ ਨਾਂ ਨਹੀਂ ਲਿਆ। ਉਹਨਾਂ ਨੇ ਕਿਹਾ ਸਿਰਫ ਇੱਕ ਮੰਤਰੀ ਹੈ ਜਿਹਦੇ ਵੀਡੀਓ ਸ਼ਰਮਨਾਕ ਵੀਡੀਓਜ਼ ਨੇ ਔਰ ਸਾਨੂੰ ਦੇਖਦੇ ਹੋਏ ਵੀ ਸ਼ਰਮ ਆ ਰਹੀ ਹੈ ਤੇ ਇਹਦੀ ਫੋਰੈਂਸਿਕ ਜਾਂਚ ਕਰਕੇ ਇਹਦੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਪਰ ਦੇਰ ਰਾਤ ਨੂੰ ਮਨਜਿੰਦਰ ਸਿਰਸਾ ਹੋਰਾਂ ਨੇ ਇਹ ਜਿਹੜਾ ਇੱਕ ਟਵੀਟ ਕਰਤਾ ਹੈ, ਜਾਂ ਤਾਂ ਮਤਲਬ ਉਹਨਾਂ ਨੂੰ ਇਹ ਪਤਾ ਚੱਲ ਗਿਆ ਕਿ ਇਹ ਅਸਲ 'ਚ ਵਾਕਈ ਵੀਡੀਓ ਕਿਹਦਾ ਹੈਗਾ, ਕਿਉਂਕਿ ਭਾਜਪਾ ਨੇਤਾ ਨੇ ਅੱਜ ਕੱਲ ਤੁਹਾਨੂੰ ਪਤਾ ਹੈ ਕਿ ਭਾਜਪਾ ਨੇਤਾਵਾਂ ਦੀ ਗਵਰਨਰ ਹਾਊਸ 'ਚ ਤਾਂ ਚੰਗੀ ਪੈਠ ਹੈਗੀ ਹੈ ਤੇ ਉਤੋਂ ਹੋ ਸਕਦਾ ਉਹਨਾਂ ਨੇ ਖਹਿਰਾ ਸਾਹਿਬ ਤੋਂ ਵੀ ਪੁੱਛ ਲਿਆ ਹੋਵੇ ਕਿ, ਕਿਉਂਕਿ ਖਹਿਰਾ ਸਾਹਿਬ ਨੂੰ ਤਾਂ ਅਖਰ ਪਤਾ ਹੀ ਹੈ ਨਾ ਕਿ ਕਿਹਦਾ ਵੀਡੀਓ ਹੈ। ਤਾਂ ਉਹਨਾਂ ਨੇ ਨਾਂ ਲਿਖਤਾ, ਉਹਨਾਂ ਨੇ ਜਿਹੜਾ ਨਾਂ ਉਹਨਾਂ ਨੂੰ ਆਪਣੇ ਟਵੀਟ 'ਚ ਪਾਤਾ। ਇਹ ਬੜੀ ਹੈਰਾਨੀਜਨਕ ਗੱਲ ਸੀ ਵੀ ਹਜੇ ਤੱਕ ਕੋਈ ਵੀਡੀਓ ਬਾਹਰ ਨਹੀਂ ਆਇਆ, ਇਸ ਦੇ ਬਾਵਜੂਦ ਕਿਸੇ ਸੀਨੀਅਰ ਮਿਨਿਸਟਰ ਦਾ ਨਾਂ ਉਹਨਾਂ ਨੇ ਪਾਤਾ ਹੈ। ਅੱਜ ਜਦੋਂ ਮੁੱਖ ਮੰਤਰੀ ਤੋਂ ਇਹੀ ਸਵਾਲ ਪੁੱਛਿਆ ਗਿਆ ਸੀਗਾ ਵੀ ਮਨਜਿੰਦਰ ਸਿਰਸਾ ਨੇ ਕਿਹਾ ਹੈ ਕਿ ਤੁਹਾਡੇ ਮਿਨਿਸਟਰ ਜਿਹੜੇ ਹੈਗੇ ਲਾਲ ਚੰਦ ਕਟਾਰੂ ਚੱਕ, ਉਹਨਾਂ ਨੇ ਅਸਤੀਫਾ ਦਿੱਤਾ ਹੈ, ਤਾਂ ਬਹੁਤ ਅਗਰੈਸਿਵਲੀ, ਜਿਹਨੂੰ ਤੁਸੀਂ ਕਹਿ ਸਕਦੇ ਹੋ ਅਗਰੈਸਿਵਲੀ, ਮਤਲਬ ਭਗਵੰਤ ਮਾਨ ਹੋਣਾ ਨੇ ਕਿਹਾ ਵੀ ਜਿਹੜਾ ਅਸਤੀਫਾ ਹੈਗਾ ਮਨਜਿੰਦਰ ਸਿਰਸੇ ਨੂੰ ਹੀ ਭੇਜਿਆ ਹੋਣਾ, ਕਟਾਰੂ ਚੱਕ ਨੇ ਮੈਨੂੰ ਤਾਂ ਭੇਜਿਆ ਨਹੀਂ। ਫਿਰ ਉਹਨਾਂ ਨੇ ਨਾਲ ਦੀ ਨਾਲ ਜਿਹੜੀ ਫਿਰ ਪੋਲੀਟੀਕਲ ਇੱਕ ਲਾਈਨ ਪਕੜ ਲਈ ਆਪਣੀ ਕਿ ਜਲੰਧਰ ਇਲੈਕਸ਼ਨ ਨੂੰ ਲੈ ਕੇ ਇਹ ਸਾਰੇ ਬੌਖਲਾਏ ਹੋਏ ਆ, ਇਹਨਾਂ ਦੀ ਪਾਰਟੀਆਂ ਜਿਹੜੀਆਂ ਬਹੁਤ ਥੱਲੇ ਚਲੀਆਂ ਗਈਆਂ, ਇਸ ਕਰਕੇ ਉਸ ਬਖਲਾਹਟ ਚੋਂ ਕਿਸੇ ਨਿੱਜੀ ਹਮਲੇ ਕਰਨ ਦੇ ਉੱਤੇ ਇਹ ਲੱਗੇ ਹੋਏ ਆ। ਉਹਨਾਂ ਨੇ ਕਿਹਾ ਵੀ ਜਿਹੜਾ ਇਹ ਤਿੰਨੋਂ ਨੇ, ਉਹਨਾਂ ਨੇ ਹਾਲਾਂਕਿ ਇਹਦੇ 'ਚ ਕੋਈ ਵਿਕਰਮ ਮਜੀਠੀਆ ਦਾ ਤਾਂ ਕੋਈ ਰੋਲ ਹੈ ਨਹੀਂ ਸੀ, ਲੇਕਿਨ ਉਹਨਾਂ ਨੇ ਵਿਕਰਮ ਮਜੀਠੀਆ ਨੂੰ ਵੀ ਲੈ ਲਿਆ ਕਿਉਂਕਿ ਉਹ ਵੀ ਉਹਨਾਂ ਦੇ ਕੈਮਰੇ ਤੇ ਲਗਾਤਾਰ ਹਮਲਾ ਕਰ ਰਹੇ ਆ। ਉਹਨਾਂ ਨੇ ਕਿਹਾ ਵੀ ਇਹ ਤਿੰਨੋਂ ਜਿਹੜੇ ਹੈਗੇ ਨੇ, ਸੁਖਪਾਲ ਖਹਿਰਾ, ਮਨਜਿੰਦਰ ਸਿਰਸਾ ਔਰ ਵਿਕਰਮ ਮਜੀਠੀਆ, ਇਹ ਤਿੰਨੋਂ ਇੱਕੋ ਉਸ 'ਚ ਨੇ, ਕੈਟਾਗਰੀ 'ਚ ਨੇ। ਤਿੰਨੋਂ ਹੀ ਆਪਸ 'ਚ ਪੂਰੀਆਂ ਗੱਲਾਂ ਕਰਦੇ ਨੇ ਵੀ ਅੱਜ ਕਿਹਦੇ ਖਿਲਾਫ ਨਿੱਜੀ ਹਮਲਾ ਕਰਨਾ ਹੈ।
ਤਾਂ ਉਹ ਨਿੱਜੀ ਹਮਲਾ ਸਵੇਰੇ ਹੀ ਸ਼ੁਰੂ ਕਰ ਦਿੰਦੇ ਟਵੀਟ ਕਰਕੇ ਜਾਂ ਬੁਲਾ ਕੇ। ਇਹਨਾਂ ਕੋਲ ਕਹਿੰਦਾ ਕੋਈ ਕੰਮ ਤਾਂ ਹੈ ਨਹੀਂਗੇ, ਸੋ ਇਸ ਕਰਕੇ ਇਹ ਕਹਿ ਦਿੰਦੇ ਆ ਪੱਤਰਕਾਰਾਂ ਨੂੰ ਵੀ ਮੈਂ ਵਿਹਲਾ 2 ਘੰਟੇ, ਜੇ ਆਉਣਾ ਤਾਂ ਕਿਸੇ ਨੇ ਆ ਜਾਓ ਤੇ ਮੇਰੇ ਤੋਂ ਉਹ ਲੈ ਲਓ ਬਾਈਟ ਜਿਹੜੀ ਲੈਣੀ ਹੈ। ਸੋ ਮਤਲਬ ਇਸ ਤਰ੍ਹਾਂ ਦੇ ਅੱਜ ਬੜੀ ਅਗਰੈਸਿਵਲੀ ਭਗਵੰਤ ਮਾਨ ਇਸ ਤੇ ਉਹਨਾਂ ਨੇ ਡਿਫੈਂਡ ਕੀਤਾ ਆਪਣੇ ਮਿਨਿਸਟਰ ਨੂੰ। ਉਹਨਾਂ ਨੇ ਕਿਹਾ ਵੀ ਇਹ ਨਿੱਜੀ ਹਮਲੇ ਠੀਕ ਨਹੀਂ ਹੈਗੇ, ਸਾਨੂੰ 5 ਸਾਲ ਲਈ ਸਰਕਾਰ ਮਿਲੀ ਹੈ ਔਰ ਲੋਕ ਇਹ ਸਾਡੇ ਤੋਂ ਕੋਈ ਖੋ ਨਹੀਂ ਸਕਦਾ, ਇਹ ਸਾਨੂੰ ਅਸੀਂ ਇਸ ਤੇ ਪੂਰਾ ਰਾਜ ਕਰਨਾ ਹੀ ਕਰਨਾ। ਸੋ ਇਹ ਇਸ ਚੀਜ਼ ਨੂੰ ਲੈ ਕੇ ਹੀ ਬੌਖਲਾਹਟ ਚ ਨੇ। ਫਿਰ ਇੱਕ ਉਹਨਾਂ ਨੇ ਹੋਰ ਵੀ ਕਿਹਾ ਕਿ ਮੈਂ ਤਾਂ ਸੁਖਪਾਲ ਖਹਿਰਾ ਹੋਰਾਂ ਨਾਲ ਰਿਹਾ ਹੋਇਆ ਪਹਿਲਾਂ, ਵੀ ਮੈਂ ਪ੍ਰਧਾਨ ਹੋਣ ਦੇ ਬਾਵਜੂਦ ਜਦੋਂ ਕਦੀ ਕਿਸੇ ਪ੍ਰੈਸ ਕਾਨਫਰੰਸ ਕਰਦੇ ਸੀ ਤੇ ਮੈਂ 2 ਮਿੰਟ ਵੀ ਅਗਰ ਲੇਟ ਹੋ ਜਾਂਦਾ ਸੀ ਤਾਂ ਫਟਾਫਟ ਮੇਰੀ ਕੁਰਸੀ ਤੇ ਹੀ ਆ ਕੇ ਬਹਿ ਜਾਂਦੇ ਸੀ। ਤੁਸੀਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹਨੂੰ ਕੁਰਸੀ ਦੀ ਕਿੰਨੀ ਚਾਹ ਹੈ, ਕਿੰਨਾ ਮੋਹ ਹੈ ਕੁਰਸੀ ਨਾਲ, ਇਹ ਛੱਡ ਨਹੀਂ ਸਕਦਾ। ਇਹ ਉਸੇ ਚੋਂ ਹੀ ਇਸ ਕਿਸਮ ਦੇ ਜਿਹੜੇ ਨਿੱਜੀ ਹਮਲੇ ਹੈ ਉਹ ਕਿਸੇ ਵਿਅਕਤੀਆਂ ਦੇ ਉੱਤੇ ਕਰ ਰਿਹਾ ਹੈ। ਇੰਦਰਪ੍ਰੀਤ ਜੀ, ਇਹਦੇ ਚ ਥੋੜੀ ਜਿਹੀ ਮੈਨੂੰ ਹੋਰ ਕਲੈਰਿਟੀ ਦਿਓ। ਸਭ ਤੋਂ ਪਹਿਲੀ ਗੱਲ ਤੇ ਇਹ ਹੈ ਕਿ ਮਨਜਿੰਦਰ ਸਿਰਸਾ ਗਲਤ ਨੇ, ਸੁਖਪਾਲ ਸਿੰਘ ਖਹਿਰਾ ਵੀ ਬੜੇ ਖਾਇਸ਼ੀ ਹੋਣਗੇ, ਤੇ ਬਿਕਰਮ ਸਿੰਘ ਮਜੀਠੀਆ ਦਾ ਤੁਸੀਂ ਬਿਲਕੁਲ ਜ਼ਿਕਰ ਭਾਵੇਂ ਨਾ ਕਰੋ। ਵੱਖੋ-ਵੱਖ ਪਹਿਲੂ ਨੇ, ਵੱਖ-ਵੱਖ ਪਾਰਟੀਆਂ ਨੇ, ਪਰ ਕੀ ਮੁੱਖ ਮੰਤਰੀ ਨੇ ਇਹ ਕੰਸਰਨ ਦਿਖਾਇਆ ਕਿ ਜੇ ਕਿਧਰੇ ਕੁਝ ਗਲਤ ਹੋਇਆ, ਜੇ ਕੋਈ ਅਨੈਤਿਕ ਹੈਗਾ ਤੇ ਅਸੀਂ ਕਾਰਵਾਈ ਕਰਾਂਗੇ? ਮੁੱਖ ਮੰਤਰੀ ਨੇ ਕੀ ਆਪਣੀ ਸਮਾਜਿਕ ਜ਼ਿੰਮੇਵਾਰੀ ਸਮਝਦਿਆਂ ਇਹ ਸਰੋਕਾਰ ਰੱਖਿਆ ਪਰ ਪ੍ਰੈਸ ਦੇ ਸਾਹਮਣੇ ਕਿ ਅਜੇ ਤੱਕ ਨਹੀਂ ਹੈ ਕੋਈ ਅਸਤੀਫਾ, ਅਜੇ ਤੱਕ ਮੇਰੇ ਕੋਲ ਵੀਡੀਓ ਨਹੀਂ ਆਈ, ਜੇ ਆਈ ਉਹਦੇ ਚ ਕੁਝ ਗਲਤ ਹੋਇਆ ਜਾਂ ਜੇ ਸੱਚਮੁੱਚ ਹੀ ਸਮਾਜਿਕ ਨਜ਼ਰੀਏ ਤੋਂ ਕੁਝ ਬਹੁਤ ਬੁਰਾ ਹੋਇਆ ਤੇ ਅਸੀਂ ਕਾਰਵਾਈ ਕਰਾਂਗੇ, ਉਹਨਾਂ ਕੋਈ ਕੰਸਰਨ ਸ਼ੋ ਕੀਤਾ? ਨਹੀਂ, ਇਸ ਬਾਰੇ ਦੇਖੋ, ਇਹ ਜਿਹੜਾ ਕਿਉਂਕਿ ਉਹਨਾਂ ਦੀ ਜਿਹੜੀ ਪ੍ਰੈਸ ਕਾਨਫਰੰਸ ਸੀ ਅੱਜ, ਉਹ ਟੋਟਲ ਉਹਨਾਂ ਨੇ ਆਪਣੀ ਬਿਜਲੀ ਦੇ ਉੱਤੇ ਹੀ ਰੱਖੀ ਸੀ ਜਾਂ ਜਿਹੜੇ ਦਫ਼ਤਰਾਂ ਦੇ ਟਾਈਮ ਚੇਂਜ ਕਰਤੇ ਆ ਉਹਨਾਂ ਦੇ ਉੱਤੇ ਹੀ ਰੱਖੀ ਸੀ। ਉਹ ਇਹ ਸਵਾਲ ਜਿਹੜਾ ਹੈਗਾ ਇੱਕ ਪੱਤਰਕਾਰ ਵੱਲੋਂ ਹੀ ਪੁੱਛਿਆ ਗਿਆ ਸੀ, ਉਸ ਦੇ ਸਿਰਫ ਉਹਨਾਂ ਨੇ ਜਵਾਬ ਦਿੱਤਾ ਔਰ ਤੁਰੰਤ ਉੱਠ ਕੇ ਉੱਥੋਂ ਚਲੇ ਗਏ। ਬਹੁਤ ਅਸੀਂ ਮਤਲਬ ਉਹਨਾਂ ਨੂੰ ਕਿਹਾ ਵੀ ਅਗਲੇ ਸਵਾਲ ਲੈ ਲਓ, ਤੇ ਲੇਕਿਨ ਉਹ ਨਹੀਂ ਲਿੱਤੇ ਉਹਨਾਂ ਨੇ ਸਵਾਲ। ਨਾ ਹੀ ਉਹਨਾਂ ਨੇ ਇਸ ਇਸ਼ੂ ਦੇ ਉੱਤੇ ਕੁਝ ਗੱਲ ਕੀਤੀ ਕਿ ਅਗਰ ਕੋਈ ਮਿਨਿਸਟਰ ਦਾ ਇਸ ਤਰ੍ਹਾਂ ਦਾ ਕੋਈ ਵੀਡੀਓ ਸਾਹਮਣੇ ਆ ਗਿਆ ਜਾਂ ਮਤਲਬ ਕੋਈ ਹੋਰ ਅਨੈਤਿਕ ਕੰਮ ਕੋਈ ਸਾਹਮਣੇ ਆਇਆ ਤਾਂ ਮੈਂ ਅਸਤੀਫਾ ਜ਼ਰੂਰ ਲਊਂਗਾ, ਇਸ ਤਰ੍ਹਾਂ ਦੀ ਉਹਨਾਂ ਨੇ ਕੋਈ ਗੱਲ ਹੀ ਨਹੀਂ ਕੀਤੀ। ਉਹਨਾਂ ਨੇ ਕਿਹਾ ਵੀ ਇਹ ਜਾਣ-ਬੁੱਝ ਕੇ ਮਨਜਿੰਦਰ ਸਿਰਸਾ ਹੋਣੀ ਜਾਂ ਸੁਖਪਾਲ ਖਹਿਰਾ ਹੋਣੀ ਆਪਣੀ ਬੌਖਲਾਹਟ ਚੋਂ ਇਸ ਕਿਸਮ ਦੇ ਨਿੱਜੀ ਹਮਲੇ ਕਰ ਰਹੇ ਆ, ਇਸ ਤਰ੍ਹਾਂ ਦਾ ਕੁਝ ਹੈ ਨਹੀਂ ਹੈ। ਸੋ ਦੇਖੋ, ਹਜੇ ਇਹ ਕਿਉਂਕਿ ਵੀਡੀਓ ਸਾਹਮਣੇ ਆਏ ਨਹੀਂ ਹੈ। ਕੱਲ ਵੀ ਸਾਨੂੰ ਰਾਤੀ ਪਤਾ ਚੱਲਿਆ ਸੀ ਵੀ ਸ਼ਾਇਦ ਗਵਰਨਰ ਸਾਹਿਬ ਨੇ ਉਹ ਫੋਰੈਂਸਿਕ ਜਾਂਚ ਵਾਸਤੇ ਭੇਜਤੇ ਹੈ ਤੇ 3 ਦਿਨ ਦੇ ਅੰਦਰ ਉਹਦੀ ਰਿਪੋਰਟ ਮੰਗੀ ਹੈ। ਜਦੋਂ ਉਹ ਰਿਪੋਰਟ ਸਾਹਮਣੇ ਆ ਜਾਂਦੀ ਹੈ ਉਸ ਤੋਂ ਬਾਅਦ ਦੇਖੋ, ਇਹ ਅਗਰ ਵੀਡੀਓਜ਼ ਹੈਗੇ ਨੇ ਤਾਂ ਮੈਨੂੰ ਨਹੀਂ ਲੱਗਦਾ ਕਿ ਇਹ ਵੀਡੀਓਜ਼ ਸਾਹਮਣੇ ਨਹੀਂ ਆਣਗੇ। ਹੋ ਸਕਦਾ ਅੱਜ ਜਾਂ ਕੱਲ ਜਦੋਂ ਵੀ ਮਤਲਬ ਇਸ ਤਰ੍ਹਾਂ ਦਾ ਢੰਗ ਤਰੀਕਾ ਜਾਂ ਠੀਕ ਲੱਗਿਆ, ਜਿਹੜੇ ਪੋਲੀਟੀਕਲ ਪਾਰਟੀਆਂ ਹੁੰਦੀਆਂ ਤੁਹਾਨੂੰ ਪਤਾ ਉਹ ਇਸ ਤਰ੍ਹਾਂ ਦੇ ਪੋਲੀਟੀਕਲ ਸਕੋਰ ਕਰਨ ਚ ਪਿੱਛੇ ਹਟਦੀਆਂ ਨਹੀਂ ਹੈ, ਤਾਂ ਉਹਨਾਂ ਨੂੰ ਜਦੋਂ ਲੱਗਿਆ ਮੈਨੂੰ ਲੱਗਦਾ ਕਿ ਉਹ ਜ਼ਰੂਰ ਇਹਨੂੰ ਲੀਕ ਕਰਨਗੀਆਂ ਔਰ ਲੋਕਾਂ ਦੇ ਵਿੱਚ ਇਹ ਜਾਏਗਾ। ਇਹ ਵੀਡੀਓ ਤਾਂ ਆ ਹੀ ਜਾਏਗਾ। ਉਸ ਤੋਂ ਬਾਅਦ ਭਗਵੰਤ ਮਾਨ ਇਸ ਦੇ ਉੱਤੇ ਕੀ ਮਤਲਬ ਐਕਸ਼ਨ ਲੈਂਦੇ ਆਪਣੇ ਮਿਨਿਸਟਰ ਦੇ ਉੱਤੇ, ਇਹ ਦੇਖਣ ਵਾਲੀ ਗੱਲ ਹੋਏਗੀ। ਦੇਖੋ, ਵੀਡੀਓ ਤੇ ਬਹੁਤ ਸਾਰੇ ਲੋਕਾਂ ਕੋਲ ਹੈ, ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ, ਪਰ ਜ਼ਿੰਮੇਵਾਰ ਲੋਕਾਂ ਕੋਲ ਹੈ ਜਿਹੜੇ ਇਹ ਸਮਝਦੇ ਆ ਕਿ ਜੇ ਇਹਨੂੰ ਲੀਕ ਕਰਦੇ ਆ, ਖੁਦ ਲੀਕ ਕਰਦੇ ਆ, ਤੇ ਸਾਡੇ ਤੇ ਆਈਟੀ ਐਕਟ ਦੇ ਤਹਿਤ ਕੇਸ ਵੀ ਆ ਸਕਦਾ, ਸਾਨੂੰ ਬੁੱਕ ਵੀ ਕੀਤਾ ਜਾ ਸਕਦਾ ਹੈ। ਔਰ ਇਹ ਕਿਧਰੇ ਵਿਦੇਸ਼ ਦੀ ਆਈਡੀ ਤੋਂ, ਫੇਕ ਆਈਡੀ ਤੋਂ ਅਕਸਰ ਇਸ ਤਰ੍ਹਾਂ ਦੀਆਂ ਚੀਜ਼ਾਂ ਵਾਇਰਲ ਹੁੰਦੀਆਂ ਨੇ। ਮੈਨੂੰ ਨਹੀਂ ਲੱਗਦਾ ਕਿ ਬਹੁਤ ਦੂਰ ਹੈ ਇਹ ਮਾਮਲਾ, ਛੇਤੀ ਇਹ ਸਭ ਕੁਝ ਸਾਹਮਣੇ ਆ ਜਾਊਗਾ। ਅਸੀਂ ਸਾਰੇ ਹੀ ਜਾਣਦੇ ਹਾਂ ਕਿ ਉਹਦੇ ਵਿੱਚ ਕੀ ਹੈਗਾ ਹੈ, ਔਰ ਇਹਦੇ ਵਿੱਚ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਸਭ ਤੋਂ ਪਹਿਲਾਂ ਸਟੇਟ ਰਿਐਕਟ ਕਰੇ। ਅਸੀਂ ਲੋਕ ਉਹਦੇ ਉੱਤੇ ਗੱਲ ਕਰੀਏ, ਉਹਦੇ ਨਾਲ ਚੰਗਾ ਹੈ ਕਿ ਸਟੇਟ ਰਿਐਕਟ ਕਰੇ। ਕਰਨਾ ਵੀ ਹੈ ਕਿ ਨਹੀਂ, ਦੇਖਣ ਵਾਲੀ ਗੱਲ ਹੈ ਕਿ ਕਿਤੇ ਨੂੰ ਨਿੱਜੀ ਕਹਿ ਕੇ ਪਾਸੇ ਤੇ ਨਹੀਂ ਰੱਖਤਾ ਜਾਂਦਾ। ਇਹ ਸਵਾਲ ਬਹੁਤ ਵੱਡਾ ਭਾਸਕਰ ਸਾਹਿਬ, ਪਰ ਇੱਕ ਸਵਾਲ ਕਾਫੀ ਅਹਿਮ ਆ। ਮੁੱਖ ਮੰਤਰੀ ਜਦੋਂ ਕੋਈ ਵੀ ਇਲਜ਼ਾਮ ਲਾ ਰਿਹਾ, ਉਹਦੀ ਆਪਣੀ ਕ੍ਰੈਡੀਬਿਲਿਟੀ ਕਿੰਨੀ ਆ ਜਿਹੜਾ ਇਲਜ਼ਾਮ ਲਾ ਰਿਹਾ? ਮੰਨ ਲਓ ਤੁਸੀਂ ਸੁਖਪਾਲ ਸਿੰਘ ਖਹਿਰਾ ਆਮ ਆਦਮੀ ਪਾਰਟੀ ਜਾਂ ਮੁੱਖ ਮੰਤਰੀ ਦੀ ਨਜ਼ਰ 'ਚ ਤੁਸੀਂ ਉਹਨਾਂ ਨੂੰ ਡਿਸਕ੍ਰੈਡਿਟ ਕਰ ਦਿੰਦੇ ਹੋ ਵੀ ਉਹ ਹੈ ਹੀ ਨਹੀਂ, ਉਹ ਤਾਂ ਬੋਲਣ ਵਾਲੇ ਫਾਲਤੂ। ਪਰ ਜੇ ਉਹ ਤੱਥਾਂ ਨਾਲ ਪੇਸ਼ ਹੁੰਦੇ ਆ ਕਿ ਕਟਾਰੂ ਚੱਕ ਦੇ ਮਾਮਲੇ 'ਚ 3 ਨਿਯੁਕਤੀਆਂ ਉਹ ਸਾਹਮਣੇ ਰੱਖ ਦਿੰਦੇ ਆ, ਔਰ ਜੇ ਉਹ ਨਿਯੁਕਤੀਆਂ ਨਹੀਂ ਠੀਕ ਹੈਗੀਆਂ, ਅਸੂਲ ਦੇ ਉੱਤੇ ਗਲਤ ਨੇ, ਨਿਯਮਾਂ ਅਨੁਸਾਰ ਗਲਤ ਨੇ, ਮੰਨ ਲਓ, ਕਲੈਰਿਟੀ ਤਾਂ ਚਾਹੀਦੀ ਨਾ, ਮੁੱਖ ਮੰਤਰੀ ਨੂੰ ਕੁਝ ਕਹਿਣਾ ਤਾਂ ਚਾਹੀਦਾ ਨਾ। ਆਈਐਸ ਦੇ ਦਸਤਖਤ ਥੱਲੇ ਉਹਦੇ ਪੁੱਤਰ ਦੀ ਅਪਾਇੰਟਮੈਂਟ ਆ ਤੇ ਉਹ ਖੈਰਾ ਕਹਿ ਰਿਹਾ ਕਿ ਸੈਲਰੀ ਵੀ ਡਰਾ ਹੋਈ ਹੈ। ਕੀ ਨਿਯਮਾਂ ਅਨੁਸਾਰ ਕੋਈ ਐਮਐਲਏ ਜਾਂ ਕੋਈ ਮੰਤਰੀ ਆਪਣੇ ਪੁੱਤਰ ਨੂੰ ਰੱਖ ਸਕਦਾ ਪੀਏ ਜਾਂ ਆਪਰੇਟਰ ਜਾਂ ਕੁਝ ਵੀ? ਜੇ ਰੱਖ ਸਕਦਾ ਤਾਂ ਫਿਰ ਕਿਸੇ ਨੂੰ ਕੀ ਇਤਰਾਜ਼ ਆ? ਇਹ ਐਥੀਕਲੀ ਤਾਂ ਕਿਹਾ ਜਾ ਸਕਦਾ, ਅਖਲਾਕੀ ਤੌਰ ਤੇ ਗਲਤ ਆ ਵੀ ਵਰਕਰਾਂ ਦਾ ਸੀ ਜਾਂ ਕਿਸੇ ਨੂੰ ਦੇ ਸਕਦੇ ਸੀ ਤੁਸੀਂ ਨੌਕਰੀ, ਤੁਸੀਂ ਘਰੇ ਰੱਖ ਲਈ।
ਪਰ ਇਹ ਜੇ ਨਿਯਮਾਂ ਅਨੁਸਾਰ ਕਿਸੇ ਨੂੰ ਵੀ ਦੇ ਸਕਦੇ ਹੋ ਤਾਂ ਫਿਰ ਕੋਈ ਮੁਸ਼ਕਲ ਨਹੀਂ, ਪਰ ਸਰਕਾਰ ਦਾ ਪੱਖ ਤਾਂ ਹੋਣਾ ਚਾਹੀਦਾ। ਦੂਜੇ ਬੰਨੇ ਜੇਕਰ ਕੋਈ ਵੀ ਬੰਦਾ ਇਲਜ਼ਾਮ ਲਾ ਰਿਹਾ, ਵਿਕਰਮ ਮਜੀਠੀਆ ਹੀ ਲਾ ਲਓ, ਬਲਕਾਰ ਸਿੰਘ ਦੇ ਪੁੱਤਰ ਦੇ ਮਾਮਲੇ 'ਚ ਇਲਜ਼ਾਮ ਲਾ ਰਿਹਾ, ਤੇ ਉਹਦੇ ਉੱਤੇ ਵੀ ਸਰਕਾਰ ਨੂੰ ਪੱਖ ਤੇ ਰੱਖ ਦੇਣਾ ਚਾਹੀਦਾ। ਹਰਜ ਕੀ ਹੈ? ਇਲਜ਼ਾਮ ਮਾੜਾ ਤੋਂ ਮਾੜਾ ਬੰਦਾ ਵੀ ਲਾ ਰਿਹਾ ਹੋਵੇ, ਜੇ ਉਹ ਤੱਥਾਂ ਤੇ ਨੇ ਤੇ ਗੱਲ ਤਾਂ ਹੁਣੀ ਬਣਦੀ ਨਾ ਉੱਤੇ। ਬਿਲਕੁਲ ਬਿਲਕੁਲ, ਇਹਦੀ ਤੁਹਾਡੀ ਗੱਲ ਠੀਕ ਹੈ ਰੰਧਾਵਾ ਸਾਹਿਬ, ਕਿ ਜੇ ਇਲਜ਼ਾਮ ਸਹੀ ਨੇ ਤਾਂ ਇਲਜ਼ਾਮ ਦੇ ਉੱਤੇ ਜਵਾਬ ਦੇਣਾ ਬਣਦਾ ਹੈ। ਦੇਖੋ, ਜਦੋਂ ਇੱਕ ਪਾਰਟੀ ਕਹਿ ਕੇ ਹੀ ਇਹ ਆਈ ਹੋਵੇ ਨਾ ਗੱਲ ਕਿ ਅਸੀਂ ਸਵਰਾਜ ਲੈ ਕੇ ਆਣਾ, ਤੇ ਉੱਥੇ ਤਾਂ ਫਿਰ ਸਭ ਨੂੰ ਆਪਣੀ ਗੱਲ ਕਹਿਣ ਦਾ ਵੀ ਅਧਿਕਾਰ ਹੈ ਤੇ ਤੁਹਾਨੂੰ ਉਹਦਾ ਜਵਾਬ ਦੇਣ ਦਾ ਵੀ ਉਨਾ ਹੀ ਮੌਕਾ ਮਿਲਣਾ ਚਾਹੀਦਾ। ਸੋ ਮੈਨੂੰ ਇਹ ਲੱਗਦਾ ਕਿ ਇਹ ਠੀਕ ਹੈ ਵੀ ਜੇ ਸੁਖਪਾਲ ਖਹਿਰਾ ਨੇ, ਦੇਖੋ ਸੁਖਪਾਲ ਖਹਿਰਾ ਦਾ ਇੱਕ ਚੀਜ਼ ਤਾਂ ਉਹਨਾਂ 'ਚ ਹੈਗੀ ਹੈ, ਮੈਂ ਉਹਨਾਂ ਨੂੰ ਵਿਧਾਨ ਸਭਾ 'ਚ ਲਗਾਤਾਰ ਦੇਖਦਾ, ਪਹਿਲਾਂ ਵੀ ਜਦੋਂ ਉਹ 2002 ਵੇਲੇ ਸੀ ਉਦੋਂ ਵੀ ਮੈਂ ਉਹਨਾਂ ਨੂੰ ਲਗਾਤਾਰ ਦੇਖਿਆ, ਉਹ ਕੋਈ ਵੀ ਚੀਜ਼ ਬਗੈਰ ਤੱਥਾਂ ਤੋਂ ਪੇਸ਼ ਨਹੀਂ ਕਰਦੇ। ਤੱਥ ਤਾਂ ਉਹਨਾਂ ਕੋਲੇ ਹੁੰਦੇ ਹੀ ਨੇ, ਤੇ ਇਹ ਠੀਕ ਹੈ ਕਿ ਉਹਨਾਂ ਦੀ ਜਿਹੜੀ ਭਾਸ਼ਾ ਹੈ, ਉਹ ਉਹਨੂੰ ਜਿਹੜਾ ਵੀ ਮਤਲਬ ਉਹ ਪੇਸ਼ ਕਰ ਰਹੇ, ਉਹ ਇੰਨੀ ਸਖਤ ਲਹਿਜੇ 'ਚ ਪੇਸ਼ ਕਰਦੇ ਹੈ ਕਿ ਸਾਹਮਣੇ ਵਾਲਾ ਬੰਦਾ ਬੜਾ ਖਿਝ ਜਾਂਦਾ ਹੈ। ਤਾਂ ਉਸ ਖਿੱਚ ਚੋਂ ਚਾਹੇ ਉਹ ਜਵਾਬ ਦੇਣਾ ਚਾਹੇ ਜਾਂ ਨਾ ਦੇਣਾ ਚਾਹੇ, ਜਾਂ ਇਹ ਕਹਿ ਲਿਆ ਜਾਵੇ ਵੀ ਇਹਨਾਂ ਦੇ ਤਾਂ ਸਵਾਲਾਂ ਦਾ ਕੋਈ ਜਵਾਬ ਹੀ ਨਹੀਂ ਬਣਦਾ। ਸੋ ਇਸ ਤਰ੍ਹਾਂ ਦੀ ਖਿੱਚ ਦੇ ਵਿੱਚ ਤਾਂ ਉਹ ਕਹਿ ਸਕਦੇ ਆ, ਪਰ ਮੈਨੂੰ ਲੱਗਦਾ ਕਿ ਉਹ ਤੱਥਾਂ ਦਾ ਜੋ ਤੱਥ ਪੇਸ਼ ਕਰਦੇ ਆ ਉਹਨੂੰ ਝੁਠਲਾਉਣਾ ਬਹੁਤ ਔਖਾ ਹੁੰਦਾ। ਭਾਸਕਰ ਸਾਹਿਬ ਜੀ ਬਿਲਕੁਲ, ਜਿਸ ਤਰੀਕੇ ਨਾਲ ਅੱਜ ਮੁੱਖ ਮੰਤਰੀ ਉਹਨਾਂ ਨੇ ਇਹਨਾਂ ਸਵਾਲਾਂ ਦਾ ਜਵਾਬ ਦਿੱਤਾ, ਦੇਖੋ ਜੀ ਮਨਜਿੰਦਰ ਸਿਰਸਾ ਹੋਣਾ, ਸੁਖਪਾਲ ਸਿੰਘ ਖਹਿਰਾ ਹੋਣਾ, ਬਿਕਰਮ ਸਿੰਘ ਮਜੀਠੀਆ ਹੋਣਾ, ਇਹ ਤੇ ਜੀ ਕੋਈ ਨਾ ਕੋਈ ਗੱਲ ਉਠਾਉਂਦੇ ਹੀ ਰਹਿੰਦੇ ਨੇ। ਮੈਨੂੰ ਇਹ ਲੱਗਦਾ ਹੈ ਮੁੱਖ ਮੰਤਰੀ ਦੀ ਕੁਰਸੀ ਤੇ ਬੈਠ ਕੇ ਇਸ ਤਰੀਕੇ ਦਾ ਰਿਐਕਸ਼ਨ ਦੇਣਾ ਇਹ ਗਲਤ ਹੈ। ਇਲਜ਼ਾਮ ਲੱਗਦੇ ਨੇ, ਇਲਜ਼ਾਮ ਦੇ ਉੱਤੇ ਤੁਹਾਨੂੰ ਜਵਾਬ ਦੇਣਾ ਪਏਗਾ, ਅੱਜ ਨਹੀਂ ਤੇ ਕੱਲ ਦੇਣਾ ਪਏਗਾ। ਜੇ ਵਾਕਈ ਇਹਨਾਂ ਇਲਜ਼ਾਮਾਂ ਦੇ ਵਿੱਚ ਕੋਈ ਸੱਚਾਈ ਹੋਈ, ਫਿਰ ਤੁਸੀਂ ਅੱਜ ਆਪਣੇ ਦਿੱਤੇ ਹੋਏ ਬਿਆਨਾਂ ਦੇ ਉੱਤੇ ਕੀ ਕਹੋਗੇ? ਕਿਉਂਕਿ ਕਈ ਵਾਰ ਮੁੱਖ ਮੰਤਰੀ ਦੀ ਕੁਰਸੀ ਤੇ ਬੈਠ ਕੇ ਦੂਜੇ ਨੂੰ ਨੌਨ ਸੀਰੀਅਸ ਕਹਿਣਾ ਬੜਾ ਆਸਾਨ ਹੁੰਦਾ ਹੈ, ਲੇਕਿਨ ਤੁਹਾਨੂੰ ਵੀ ਕਈ ਲੋਕ ਨੌਨ ਸੀਰੀਅਸ ਹੀ ਕਹਿੰਦੇ ਸੀ, ਕਿਉਂਕਿ ਤੁਹਾਡਾ ਜਿਹੜਾ ਪ੍ਰੋਫੈਸ਼ਨ ਸੀਗਾ ਉਹ ਐਜ਼ ਏ ਕਾਮੇਡੀਅਨ ਤੁਸੀਂ ਆਪਣਾ ਕੈਰੀਅਰ ਸ਼ੁਰੂ ਕੀਤਾ ਸੀਗਾ, ਤੇ ਅੱਜ ਤੁਸੀਂ ਜਿਸ ਸੀਟ ਤੇ ਹੈਗੇ ਹੋ, ਕਿਉਂਕਿ ਬਿਕਰਮ ਸਿੰਘ ਮਜੀਠੀਆ ਉਹਨਾਂ ਵੀ ਕੱਲ ਜਦ ਰੈਫਰ ਕਰ ਰਹੇ ਸੀਗੇ ਭਗਵੰਤ ਮਾਨ ਉਹਨਾਂ ਨੂੰ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ, ਉਹਨਾਂ ਨੇ ਵੀ ਕੁਝ ਸ਼ਬਦਾਂ ਦਾ ਯੂਜ਼ ਕੀਤਾ ਸੀਗਾ ਜੋ ਆਪਣੇ ਆਪ ਵਿੱਚ ਇੱਕ ਕਾਮੇਡੀ ਦੇ ਰੂਪ ਵਿੱਚ ਦੇਖੇ ਜਾ ਸਕਦੇ ਨੇ। ਇਲਜ਼ਾਮ ਬਿਕਰਮ ਮਜੀਠੀਆ ਨੇ ਕੀ ਲਾਏ ਕਿ ਬਲਕਾਰ ਸਿੰਘ ਉਹਨਾਂ ਨੂੰ ਆਪਣੇ ਆਪ ਨੂੰ 50% ਡਿਸੇਬਲ ਦਿਖਾ ਕੇ ਆਪਣੇ ਮੁੰਡੇ ਨੂੰ ਨੌਕਰੀ ਦਿਲਾਉਣ ਦੀ ਕੋਸ਼ਿਸ਼ ਕੀਤੀ, ਔਰ ਇੱਕ ਡੀਜੀਪੀ ਸਾਹਿਬ ਦਾ ਇੱਕ ਲੈਟਰ ਵੀ ਦਿਖਾਉਂਦੇ ਨੇ। ਉਸ ਲੈਟਰ ਦੇ ਵਿੱਚ ਡੀਜੀਪੀ ਸਾਹਿਬ ਗੌਰਵ ਯਾਦਵ ਉਹਨਾਂ ਇਹ ਗੱਲ ਲਿਖਦੇ ਨੇ ਕਿ ਔਨ ਦਾ ਰਿਕੁਐਸਟ ਆਫ ਸ਼੍ਰੀ ਬਲਕਾਰ ਸਿੰਘ, ਉਹ 50% ਡਿਸੇਬਲ ਹੈਗੇ ਨੇ, ਇਸ ਕਰਕੇ ਰੂਲ ਇਸ ਹਿਸਾਬ ਨਾਲ ਉਹਨਾਂ ਦੇ ਬੇਟੇ ਨੂੰ ਇਸ ਪ੍ਰੋਵੀਜ਼ਨ ਦਾ ਲਾਭ ਦਿੱਤਾ ਜਾਏ। ਹੁਣ ਇਹਦੇ ਵਿੱਚ ਇਲਜ਼ਾਮ ਬੜੇ ਸੀਰੀਅਸ ਹੈਗੇ ਨੇ। ਮੁੱਖ ਮੰਤਰੀ ਦਾ ਸਿਰਫ ਇਹ ਕਹਿ ਕੇ ਕਹਿਣਾ ਕਿ ਜੀ ਉਹ ਤੇ ਇਲਜ਼ਾਮ ਲਾਉਂਦੇ ਰਹਿੰਦੇ, ਗੱਲ ਨਹੀਂ ਚੱਲਦੀ। 45 ਕਰੋੜ ਵਾਲੀ ਗੱਲ ਜਿਹੜੀ ਦਿੱਲੀ ਤੁਰੀ ਹੋਈ ਹੈ, ਉਹਦਾ ਜਵਾਬ ਵੀ ਕੋਈ ਵੀ ਆਮ ਆਦਮੀ ਪਾਰਟੀ ਦਾ ਲੀਡਰ ਇਹ ਕਹਿ ਕੇ ਨਹੀਂ ਦੇ ਰਿਹਾ ਕਿ ਨਹੀਂ ਜੀ ਅਸੀਂ ਖਰਚਾ ਕੀਤਾ ਹੀ ਨਹੀਂ। ਉਹ ਇਹ ਜ਼ਰੂਰ ਕਹਿ ਰਹੇ ਨੇ ਕਿ ਪ੍ਰਧਾਨ ਮੰਤਰੀ ਨੇ 500 ਕਰੋੜ ਖਰਚੇ, ਫਲਾਣੇ ਨੇ 173 ਕਰੋੜ ਖਰਚੇ, 84 ਕਰੋੜ ਦਾ ਜਹਾਜ਼, 8400 ਕਰੋੜ ਦਾ ਜਹਾਜ਼। ਲੇਕਿਨ ਜਦ ਤੁਹਾਡੇ ਉੱਤੇ ਇਲਜ਼ਾਮ ਲੱਗਦੇ ਨੇ ਤਾਂ ਤੁਸੀਂ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿਓ, ਉਹ ਵੀ ਇਲਜ਼ਾਮ ਨੂੰ ਦੇਖੇ ਬਗੈਰ, ਸੁਣੇ ਬਗੈਰ, ਉਹਦੀ ਡੀਪ ਸਟੱਡੀ ਕੀਤੇ ਬਗੈਰ। ਇਹ ਸਰਕਾਰਾਂ ਦਾ ਜਾਂ ਪੋਲੀਟੀਸ਼ੀਅਨ ਦਾ ਰਵੱਈਆ ਤੇ ਹੁੰਦਾ ਹੈ, ਪਰ ਇਸ ਰਵੱਈਏ ਦੇ ਕਰਕੇ ਬਾਅਦ ਚੋਂ ਕਈ ਵਾਰ ਤੁਹਾਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਦ ਤੁਸੀਂ ਪੈਂਦੇ ਸੱਟੇ ਕਿਸੇ ਵੀ ਇਲਜ਼ਾਮ ਦੇ ਉੱਤੇ ਆਪਣੇ ਹੀ ਕਿਸੇ ਲੀਡਰ ਨੂੰ ਕਲੀਨ ਚਿੱਟ ਦਿਖਦੇ ਨਜ਼ਰ ਆਉਂਦੇ ਹੋ। ਜੀ ਭਾਸਕਰ ਸਾਹਿਬ, ਤੁਹਾਡਾ ਹੁਣ ਅਗਲਾ ਮੈਂ ਚਾਹੁੰਦਾ ਕਿ ਸਵਾਲ ਤੁਸੀਂ ਐਡਰੈਸ ਕਰ ਦਿਓ। ਇੱਕ ਵਾਰੀ ਫਿਰ ਨਸ਼ਿਆਂ ਨੂੰ ਲੈ ਕੇ ਕਾਫੀ ਸਰਗਰਮੀ ਹੈ। ਇੱਕ ਕਨਸੋ ਹੈ ਕਿ ਹਾਈ ਪ੍ਰੋਫਾਈਲ ਕੇਸ ਮੁੜ ਕੇ ਦੁਬਾਰਾ ਮੁਲਾਂਕਣ ਚ ਆ ਰਿਹਾ। ਜਿੱਥੇ ਜਿੱਥੇ ਇਨਵੈਸਟੀਗੇਸ਼ਨਸ ਅੱਧੀਆਂ ਅਧੂਰੀਆਂ ਨੇ, ਉੱਥੇ ਅਫਸਰਾਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਵੀ ਆ। ਉਹਨਾਂ ਨੂੰ ਸਰਕਾਰ ਜਵਾਬਦੇਹੀ ਲਈ ਕਹਿ ਰਹੀ ਹੈ ਕਿ ਤੁਸੀਂ ਕੀਤਾ ਕੀ। ਇਹਦੇ ਸੰਬੰਧੀ ਅਖਬਾਰੀ ਰਿਪੋਰਟਾਂ ਪ੍ਰਕਾਸ਼ਿਤ ਹੋ ਰਹੀਆਂ ਨੇ। ਇਹਦੇ ਸੰਬੰਧੀ ਹਾਈ ਪ੍ਰੋਫਾਈਲ ਲੋਕ ਜਿਹੜੇ ਆ ਉਹ ਵੀ ਇਸ ਵੇਲੇ ਫੋਕਸ ਵਿੱਚ ਨੇ। ਆਉਂਦੇ ਦਿਨਾਂ ਦੇ ਵਿੱਚ ਇਸ ਮਾਮਲੇ ਨੂੰ ਵੱਡਾ ਹੁੰਦਾ ਦੇਖ ਰਹੇ ਹਾਂ। ਰਾਜਜੀਤ ਸਿੰਘ ਦੀ ਜਿਹੜੀ ਉਹ ਮਾਮਲੇ ਦਾ ਇੱਕ ਰੌਲਾ ਸੀ, ਵੱਡਾ ਹੋ ਗਿਆ, ਬੜੀਆਂ ਰਿਪੋਰਟਾਂ ਛਪੀਆਂ, ਫਿਰ ਉਹ ਡਾਊਨ ਆ ਗਿਆ। ਦੂਜੇ ਮਾਮਲੇ ਬਾਦਲ ਸਾਹਿਬ ਦੀ ਅਚਨਚੇਤ ਮੌਤ ਤੋਂ ਬਾਅਦ ਜਿਹੜਾ ਇਹ ਮਾਮਲਾ ਥੱਲੇ ਚਲੇ ਗਿਆ। ਫਿਰ 2 ਦਿਨ ਤੋਂ ਇਹਨੇ ਆਪਣਾ ਰੰਗ ਫੜਿਆ ਔਰ ਇੰਜ ਲੱਗ ਰਿਹਾ ਜਿਵੇਂ ਇਹਦੇ ਵਿੱਚ ਕਾਫੀ ਪੋਲਿਟਿਕਸ ਵੀ ਹੈ। ਪੋਲਿਟਿਕਸ ਦਾ ਰੰਗ ਸਰੂਪ ਕਿਸ ਤਰ੍ਹਾਂ ਦਾ, ਇਹ ਆਉਂਦੇ ਦਿਨਾਂ 'ਚ ਨਜ਼ਰ ਆ ਜਾਊਗਾ। ਪਰ ਪਰਿਸਥਿਤੀਆਂ ਜਿਹੜੀਆਂ ਕਨਸੋਆਂ ਮਿਲ ਰਹੀਆਂ, ਜਿਹੜੇ ਸਾਡੇ ਸਰੋਤ ਦੱਸ ਰਹੇ ਆ ਕਿ ਕਾਫੀ ਪੇਸ਼ਬੰਦੀਆਂ ਹੋ ਰਹੀਆਂ, ਕਾਫੀ ਰੱਸੇ ਪੈੜੇ ਵੱਟੇ ਜਾ ਰਹੇ ਆ, ਕਾਫੀ ਅਹਿਮ ਵਿਅਕਤੀਆਂ ਨੂੰ ਮੁਸ਼ਕਲ ਦਾ ਸਾਹਮਣਾ ਹੋ ਸਕਦਾ। ਇੰਦਰਪ੍ਰੀਤ ਜੀ ਕੁਝ ਕਹਿਣਾ ਚਾਹ ਰਹੇ? ਤੁਹਾਡੀ ਆਵਾਜ਼ ਨਹੀਂ ਆ ਰਹੀ। ਮੈਂ ਕਿਹਾ ਮੀਂਹ ਤੇਜ਼ ਹੋ ਗਿਆ, ਕੈਮਰਾ ਅੰਦਰ ਕਰ ਲਾਂ, ਇਹ ਕਹਿ ਰਹੇ ਸੀ। ਕਰ ਲੋ।
ਚੰਡੀਗੜ੍ਹ ਦੇ ਵਿੱਚ ਬਾਰਿਸ਼ ਤੇਜ਼ ਹੋ ਗਈ ਔਰ ਇੰਦਰਪ੍ਰੀਤ ਨੂੰ ਆਪਣੀ ਜਗ੍ਹਾ ਬਦਲਣੀ ਪੈ ਗਈ ਆ। ਉਹ ਗੱਡੀ ਦੇ ਬਾਹਰ ਸੀ ਵਿਧਾਨ ਸਭਾ ਦੇ ਨਾਲ ਲੱਗਦੇ ਏਰੀਏ 'ਚ, ਹੁਣ ਉਹ ਗੱਡੀ 'ਚ ਚਲੇ ਗਏ ਆ। ਪਰ ਭਾਸਕਰ ਸਾਹਿਬ, ਇਹ ਸਵਾਲ ਕਿ ਆਉਂਦੇ ਦਿਨਾਂ 'ਚ ਨਸ਼ਿਆਂ ਨੂੰ ਲੈ ਕੇ ਹਾਈ ਪ੍ਰੋਫਾਈਲ ਮਾਮਲੇ ਮੁੜ ਕੇ ਖੁੱਲ ਸਕਦੇ ਆ, ਇਨਵੈਸਟੀਗੇਸ਼ਨ ਤੇਜ਼ ਹੋ ਸਕਦੀ ਆ, ਇਹਦੇ ਕੀ ਸੰਕੇਤ ਨੇ? ਜੀ ਬਿਲਕੁਲ, ਹਾਈ ਪ੍ਰੋਫਾਈਲ ਮਾਮਲੇ ਸ਼ੁਰੂ ਤੋਂ ਚਰਚਾ ਦਾ ਵਿਸ਼ਾ ਤੇ ਬਣਦੇ ਨੇ, ਪਰ ਕਈ ਵਾਰ ਅੱਧੇ ਇੱਕ ਸਟੈਪ ਅੱਗੇ ਜਾਂਦੀ ਹੈ, ਭਾਵੇਂ ਪੰਜਾਬ ਸਰਕਾਰ ਹੋਏ, 2 ਸਟੈਪ ਪਿੱਛੇ ਜਾਂਦੀ ਹੈ। ਤੁਹਾਨੂੰ ਯਾਦ ਹੋਏਗਾ 2012 ਤੋਂ ਲੈ ਕੇ ਅਜੇ ਤੱਕ ਜਿਹੜੇ ਹਾਈ ਪ੍ਰੋਫਾਈਲ ਮਾਮਲੇ ਨੇ ਡਰੱਗ ਨੂੰ ਲੈ ਕੇ, ਭਾਵੇਂ ਇਹ ਰਾਜਜੀਤ ਦਾ ਮਾਮਲਾ ਵੀ ਫਿਲਹਾਲ ਡਿਸਮਿਸ ਕਰਕੇ ਪੰਜਾਬ ਸਰਕਾਰ ਨੇ ਦਿਖਾਇਆ ਕਿ ਅਸੀਂ ਇਹਨਾਂ ਮੁੱਦਿਆਂ ਦੇ ਉੱਤੇ ਐਕਸ਼ਨ ਲੈ ਰਹੇ ਹਾਂ। ਰੀਸੈਂਟਲੀ ਇੱਕ ਰਿਪੋਰਟ ਆਈ ਹੈ, ਉਹ ਹੈਗੀ ਹੈ ਇੰਡੀਅਨ ਕਾਉਂਸਿਲ ਆਫ ਸੋਸ਼ਲ ਸਾਇੰਸ ਰਿਸਰਚ। ਉਹਨਾਂ ਨੇ ਕੁਝ ਡਰੱਗ ਐਡਿਕਟਸ ਦੇ ਨਾਲ ਗੱਲ ਕੀਤੀ, ਤਕਰੀਬਨ 9000 ਦੇ ਕਰੀਬ ਦਾ ਇਹ ਆંકੜਾ ਹੈਗਾ। ਉਹਨਾਂ ਨੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਇਸ ਨਤੀਜੇ ਤੇ ਉਹਨਾਂ ਨੇ ਆਪਣਾ ਇੱਕ ਨਤੀਜਾ ਕੱਢਿਆ ਕਿ ਬਿਨਾਂ ਪੋਲੀਟੀਕਲ ਨੈਕਸਸ ਤੋਂ, ਬਿਨਾਂ ਪੋਲੀਟੀਕਲ ਪੈਟਰੋਨੇਜ ਤੋਂ ਨਸ਼ੇ ਦਾ ਕਾਰੋਬਾਰ ਕਿਸੇ ਵੀ ਤਰੀਕੇ ਨਾਲ ਪੰਜਾਬ ਦੇ ਵਿੱਚ ਨਹੀਂ ਹੋ ਸਕਦਾ। ਵੱਡੀ ਮੱਛੀਆਂ ਦੀ ਗੱਲ ਬਹੁਤ ਵਾਰ ਡਰੱਗ ਨੂੰ ਲੈ ਕੇ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਕਰਦੀ ਹੈ, ਪਰ ਇੱਕ ਵੀ ਵੱਡੀ ਮੱਛੀ ਦਾ ਜ਼ਿਕਰ ਕਦੀ ਨਹੀਂ ਕੀਤਾ। ਹਾਂ, ਰਾਜਜੀਤ ਦਾ ਡਿਸਮਿਸਲ ਤੁਸੀਂ ਵੱਡੀ ਮੱਛੀ ਦੇ ਤੌਰ ਤੇ ਦੇਖ ਸਕਦੇ ਹੋ, ਪਰ ਇਹਦੇ ਵਿੱਚ ਜਿਹੜਾ ਪੁਲਿਸ ਡਰੱਗ ਪੈਡਲਰ ਪੋਲੀਟੀਕਲ ਨੈਕਸਸ ਜਾਂ ਪੋਲੀਟੀਸ਼ੀਅਨ ਨੈਕਸਸ, ਇਹਦੇ ਵਿੱਚ ਪੋਲੀਟੀਸ਼ੀਅਨ ਦਾ ਸ਼ਬਦ ਹਜੇ ਤੱਕ ਅਦਾਲਤਾਂ ਦੇ ਵਿੱਚ ਹੀ ਤੁਰਿਆ ਫਿਰਦਾ ਹੈ। ਔਰ ਤੁਹਾਨੂੰ ਯਾਦ ਹੋਏਗਾ ਬਿਕਰਮ ਸਿੰਘ ਮਜੀਠੀਆ, ਉਹਨਾਂ ਦੇ ਉੱਤੇ ਚਟੋਪਾਧਿਆ ਸਾਹਿਬ ਜਦ ਡੀਜੀਪੀ ਹੁੰਦੇ ਸੀਗੇ 20 ਦਸੰਬਰ ਲਾਸਟ 2022 ਨੂੰ ਇੱਕ ਕੇਸ ਰਜਿਸਟਰਡ ਕੀਤਾ ਸੀਗਾ। ਉਸ ਕੇਸ ਰਜਿਸਟਰ ਕਰਨ ਤੋਂ ਬਾਅਦ ਭਾਵੇਂ ਬਿਕਰਮ ਸਿੰਘ ਮਜੀਠੀਆ 5.5 ਮਹੀਨੇ ਜੇਲ੍ਹ ਦੇ ਅੰਦਰ ਰਹੇ, ਪਰ ਹਾਈ ਕੋਰਟ ਨੇ ਜਦੋਂ ਉਹਨਾਂ ਨੂੰ ਬੇਲ ਦਿੱਤੀ ਤੇ ਉਸ ਬੇਲ ਦੇ ਵਿੱਚ ਜਾਂ ਉਸ ਬੇਲ ਆਰਡਰ ਦੇ ਵਿੱਚ ਬਹੁਤ ਸਾਰੀ ਗੱਲਾਂ ਇਦਾਂ ਦੀ ਲਿਖੀ ਗਈ ਸੀ ਕਿ ਜਿਹਦੇ ਹਿਸਾਬ ਨਾਲ ਇਦਾਂ ਲੱਗਦਾ ਸੀਗਾ ਕਿ ਬਿਕਰਮ ਸਿੰਘ ਮਜੀਠੀਆ ਨੂੰ ਕਲੀਨ ਚਿੱਟ ਮਿਲ ਗਈ। ਸਰਕਾਰ ਨੇ ਉਸ ਮੁੱਦੇ ਦੇ ਉੱਤੇ ਸੁਪਰੀਮ ਕੋਰਟ ਦਾ ਦਰਵਾਜ਼ਾ ਜ਼ਰੂਰ ਖਟਖਟਾਇਆ, ਪਰ ਉਸ ਦਰਵਾਜ਼ੇ ਖਟਖਟਾਉਣ ਦੇ ਵਿੱਚ ਕਿੰਨੀ ਕੁ ਸੀਰੀਅਸਨੈਸ ਸੀ, ਉਹ ਸੁਪਰੀਮ ਕੋਰਟ ਨੇ ਆਪਣੇ ਪਹਿਲੇ ਆਰਡਰ ਦੇ ਵਿੱਚ ਕਿ 4 ਹਫ਼ਤੇ ਦੇ ਬਾਅਦ ਅਸੀਂ ਇਨਵੈਸਟੀਗੇਸ਼ਨ ਜਾਂ ਇਸ ਕੇਸ ਦੀ ਹੀਅਰਿੰਗ ਸ਼ੁਰੂ ਕਰਾਂਗੇ। ਕਾਰਨ ਕਿ ਸਰਕਾਰ ਨੇ ਹੀ ਹਜੇ ਤੱਕ ਸਾਨੂੰ ਨਹੀਂ ਦੱਸਿਆ ਕਿ ਕਦੋਂ ਤੁਸੀਂ ਆਪਣੇ ਐਡਵੋਕੇਟ ਨੂੰ ਪੇਸ਼ ਹੋ ਕੇ ਇਸ ਕੇਸ ਨੂੰ ਅੱਗੇ ਵਧਾਉਣਾ। ਹੁਣ ਇਹ ਕੇਸ ਅੱਗੇ ਵਧੇਗਾ। ਪਿਛਲੇ ਦਿਨਾਂ ਦੇ ਵਿੱਚ ਟ੍ਰਿਬਿਊਨ ਵਰਗੀ ਵੱਡੀ ਅਖਬਾਰ ਦੇ ਵਿੱਚ ਇੱਕ ਐਡੀਟੋਰੀਅਲ ਛਪਦਾ, ਜਿਹੜੇ ਉਹਨਾਂ ਦੇ ਐਡੀਟਰ ਇਨ ਚੀਫ ਰਾਜੇਸ਼ ਰਾਮਾਚੰਦਰਨ ਉਹ ਛਾਪਦੇ ਨੇ। ਉਸ ਆਰਟੀਕਲ ਦੇ ਵਿੱਚ ਉਹ तमाम ਉਹਨਾਂ ਰਿਪੋਰਟਾਂ ਦਾ ਜ਼ਿਕਰ ਕਰਦੇ ਨੇ, ਭਾਵੇਂ ਉਹ ਹਰਪ੍ਰੀਤ ਸਿੱਧੂ ਉਹਨਾਂ ਦੀ ਐਸਟੀਐਫ ਦੇ ਮੁਖੀ ਦੇ ਤੌਰ ਤੇ ਉਹ ਰਿਪੋਰਟ, ਜਿਸ ਰਿਪੋਰਟ ਦੇ ਵਿੱਚ ਇਹ ਲਿਖਿਆ ਸੀਗਾ ਕਿ ਬਿਕਰਮ ਸਿੰਘ ਮਜੀਠੀਆ ਉਹਨਾਂ ਦੇ ਉੱਤੇ ਜਾਂ ਉਹਨਾਂ ਦੇ ਬਾਰੇ 'ਚ ਅੱਗੇ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ, ਇਸ ਗੱਲ ਦੇ ਕਾਫੀ ਸਬੂਤ ਹੈਗੇ ਨੇ। ਉਹਦੇ ਉੱਤੇ ਕਿਸੇ ਵੀ ਸਰਕਾਰ ਨੇ ਹਜੇ ਤੱਕ ਕੋਈ ਐਕਸ਼ਨ ਨਹੀਂ ਲਿੱਤਾ। ਭਾਵੇਂ ਬਿਕਰਮ ਸਿੰਘ ਮਜੀਠੀਆ ਉਹਨਾਂ ਨੂੰ ਬੁੱਕ ਜ਼ਰੂਰ ਕੀਤਾ ਸੀਗਾ, ਐਸਆਈਟੀ ਨੇ ਉਹਨਾਂ ਨੂੰ ਬੁਲਾਇਆ ਜ਼ਰੂਰ ਸੀਗਾ, ਪਰ ਪੁੱਛਗਿੱਛ ਕੁਝ ਨਹੀਂ ਕੀਤੀ ਸੀ। ਇਹ ਗੱਲ ਅਖਬਾਰਾਂ ਦੇ ਵਿੱਚ ਨਸ਼ਰ ਹੋਈ ਔਰ ਹਜੇ ਤੱਕ ਉਹਨਾਂ ਮੁੱਦਿਆਂ ਦੇ ਉੱਤੇ ਚਲਾਨ ਤੱਕ ਵੀ ਪੇਸ਼ ਨਹੀਂ ਕੀਤਾ ਗਿਆ। ਇਨਵੈਸਟੀਗੇਸ਼ਨ ਸਹੀ ਤਰੀਕੇ ਨਾਲ ਹੋ ਰਹੀ ਹੈ, ਟ੍ਰਿਬਿਊਨ ਅਖਬਾਰ ਦੀ ਤਰਫੋਂ ਵੀ ਇੰਡੀਕੇਟ ਹੋ ਰਿਹਾ ਹੈ। ਭਾਵੇਂ ਬਿਕਰਮ ਸਿੰਘ ਮਜੀਠੀਆ ਉਹਨਾਂ ਦੇ ਖਿਲਾਫ ਜੋ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਸੀ ਉਸ ਈਡੀ ਦੀ ਇਨਵੈਸਟੀਗੇਸ਼ਨ ਦੇ ਬੇਸ ਤੇ, ਔਰ ਹਰਪ੍ਰੀਤ ਸਿੱਧੂ ਉਹਨਾਂ ਵੀ ਉਸ ਈਡੀ ਦੀ ਹੀ ਇਨਵੈਸਟੀਗੇਸ਼ਨ ਦਾ ਹਵਾਲਾ ਦਿੰਦੇ ਹੋਏ ਆਪਣੀ ਰਿਪੋਰਟ ਦੇ ਵਿੱਚ ਇਹ ਗੱਲ ਲਿਖਦੇ ਨੇ ਕਿ ਅੱਗੇ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਕਿਉਂ ਪਿਛਲੀ ਸਰਕਾਰਾਂ ਨੇ, ਕਿਉਂ ਹੁਣ ਸਰਕਾਰਾਂ ਨੇ ਹਜੇ ਤੱਕ ਕੋਈ ਇਨਵੈਸਟੀਗੇਸ਼ਨ ਸ਼ੁਰੂ ਨਹੀਂ ਕੀਤੀ, ਇਸ ਦੇ ਉੱਤੇ ਹੁਣ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ। ਭਾਵੇਂ ਇਹ ਮੁੱਢਲੇ ਤੌਰ ਤੇ ਇਹ ਗੱਲਾਂ ਤੁਰ ਰਹੀਆਂ, ਪਰ ਸਰਕਾਰ ਕੀ ਰੁਖ ਅਪਣਾਉਂਦੀ ਹੈ ਇਹਨਾਂ ਮੁੱਦਿਆਂ ਦੇ ਉੱਤੇ, ਇਹਨਾਂ ਮੀਡੀਆ ਰਿਪੋਰਟਸ ਦੇ ਉੱਤੇ, ਇਹ ਤੇ ਸਰਕਾਰ ਦੇ ਉੱਤੇ ਡਿਪੈਂਡ ਕਰਦਾ ਹੈ। ਪਰ ਫਿਲਹਾਲ ਉਹ ਜਿਹੜੇ ਚਟੋਪਾਧਿਆ ਸੀ ਉਹਨਾਂ ਦੀ ਇੱਕ ਮੁਸੀਬਤ ਜ਼ਰੂਰ ਵੱਧਦੀ ਨਜ਼ਰ ਆਉਂਦੀ ਹੈ, ਕਿਉਂਕਿ ਇੱਕ ਹੋਰ ਵੀ ਕੇਸ ਨਸ਼ਰ ਹੋਇਆ ਜਿਹਦੇ ਵਿੱਚ ਇੱਕ ਪੀਓ ਨੂੰ ਉਹਨਾਂ ਨੇ ਸਿਕਿਉਰਿਟੀ ਦਿੱਤੀ ਸੀ ਇਲੈਕਸ਼ਨ 2022 ਦੇ ਇਲੈਕਸ਼ਨ ਤੋਂ ਪਹਿਲੇ। ਉਹਨਾਂ ਤੋਂ ਸ਼ੋਕਾਜ਼ ਨੋਟਿਸ ਮੰਗ ਕੇ ਐਕਸਪਲੇਨੇਸ਼ਨ ਮੰਗ ਲਈ ਗਈ ਹੈ ਵੀ ਕਿੱਦਾਂ ਤੁਸੀਂ ਇੱਕ ਪੀਓ ਨੂੰ ਸਿਕਿਉਰਿਟੀ ਦਿੱਤੀ ਸੀਗੀ। ਉਸ ਮੁੱਦੇ ਦੇ ਉੱਤੇ ਵੀ ਚਟੋਪਾਧਿਆ ਉਹਨਾਂ ਦੀ ਮੁਸ਼ਕਿਲਾਂ ਵੱਧਦੀ ਜਾ ਰਹੀ ਹੈ, ਔਰ ਨਾਲ ਦੇ ਨਾਲ ਚਟੋਪਾਧਿਆ ਉਹਨਾਂ ਨੂੰ ਪ੍ਰਾਈਮ ਮਿਨਿਸਟਰ ਸਿਕਿਉਰਿਟੀ ਬ੍ਰੀਚ ਦੇ ਮਾਮਲੇ ਦੇ ਵਿੱਚ ਵੀ ਐਕਿਊਜ਼ ਬਣਾਇਆ ਗਿਆ ਤੇ ਉਹਨਾਂ ਦੇ ਖਿਲਾਫ ਇੱਕ ਹੋਰ ਕਾਰਵਾਈ ਕਰਨ ਦੀ ਵੀ ਤਿਆਰੀਆਂ ਪੰਜਾਬ ਸਰਕਾਰ ਕਰ ਰਹੀ ਹੈ। ਚਟੋਪਾਧਿਆ ਸਾਹਿਬ ਉਹੀ ਡੀਜੀਪੀ ਨੇ ਜਿਨ੍ਹਾਂ ਨੇ ਬਿਕਰਮ ਸਿੰਘ ਮਜੀਠੀਆ ਨੂੰ ਬੁੱਕ ਕੀਤਾ ਸੀਗਾ, ਜਿਨ੍ਹਾਂ ਨੇ ਖੁਦ ਐਫਆਈਆਰ ਦਰਜ ਕਰਾਈ ਸੀਗੀ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ। ਇਹ ਸਿਧਾਰਥ ਚਟੋਪਾਧਿਆ ਸਾਹਿਬ ਉਹੀ ਨੇ ਜਿਨ੍ਹਾਂ ਨੇ ਇੱਕ ਇਕੱਲੇ ਸਾਈਨਾਂ ਥੱਲੇ ਇੱਕ ਚੌਥੀ ਰਿਪੋਰਟ ਡਰੱਗਸ ਦੇ ਮਾਮਲੇ ਦੇ ਵਿੱਚ ਹਾਈ ਕੋਰਟ 'ਚ ਜਮ੍ਹਾਂ ਕਰਾਈ ਸੀ, ਜਿਹੜੀ ਅਜੇ ਵੀ ਖੋਲ ਕੇ ਬੰਦ ਕਰ ਲਈ ਗਈ ਆ। ਸੋ ਚਟੋਪਾਧਿਆ ਸਾਹਿਬ ਦੇ ਦੌਰ ਦੇ ਵਿੱਚ ਜੋ ਕੁਝ ਵਾਪਰਿਆ, ਉਹਨਾਂ ਨੂੰ ਉਹਦੇ ਨਾਲ ਸੰਬੰਧਿਤ ਕਈ ਮਾਮਲਿਆਂ ਦਾ ਸਾਹਮਣਾ ਹੈ। ਪਹਿਲਾਂ ਵੀ ਉਹਨਾਂ ਨੂੰ ਇੱਕ ਮਾਮਲਾ ਜਿਹੜਾ ਕਿ ਏਆਈਜੀ ਆਸ਼ੀਸ਼ ਕਪੂਰ ਨਾਲ ਸੰਬੰਧਿਤ ਸੀ, ਇੱਕ ਜਾਂਚ ਨਾਲ ਸੰਬੰਧਿਤ ਸੀ, ਉਹਦੇ ਵਿੱਚ ਵੀ ਸ਼ੋਕਾ ਨੋਟਿਸ ਜਾਰੀ ਕੀਤਾ ਗਿਆ ਸੀਗਾ ਪੁਲਿਸ ਕੰਪਲੇਂਟਸ ਅਥਾਰਟੀ ਵੱਲੋਂ। ਔਰ ਇਸੇ ਤਰੀਕੇ ਨਾਲ ਉਹਨਾਂ ਨੂੰ
ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਬ੍ਰੀਚ ਨੂੰ ਲੈ ਕੇ ਵੀ ਇੱਕ ਕਾਫੀ ਵੱਡੀ ਮੁਸ਼ਕਲ ਦਾ ਸਾਹਮਣਾ ਹੈ। ਇਹ ਵੇਖਣ ਵਾਲੀ ਗੱਲ ਆ ਕਿ ਆਉਂਦੇ ਦਿਨਾਂ ਦੇ ਵਿੱਚ ਇਹ ਕੀ ਰੰਗ ਸਰੂਪ ਬਦਲਦੇ ਆ ਮਾਮਲੇ, ਕੀ ਚਟੋਪਾਧਿਆਏ ਸਾਹਿਬ ਪਬਲਿਕ ਤੌਰ ਤੇ ਸਾਹਮਣੇ ਆਉਂਦੇ ਆ, ਕਿ ਉਹ ਖੁੱਲ ਕੇ ਕੋਈ ਗੱਲ ਕਰਨਾ ਚਾਹਣਗੇ ਮੀਡੀਆ ਨਾਲ, ਪ੍ਰੈਸ ਕਾਨਫਰੰਸ ਕਰਨਗੇ, ਇਹ ਦੇਖਣ ਵਾਲੀ ਗੱਲ ਆ। ਹਾਲਾਂਕਿ ਅਸੀਂ ਦੋ ਅਹਿਮ ਖਬਰਾਂ ਹੋਰ ਲੈਣੀਆਂ ਨੇ। ਮੈਂ ਪਹਿਲਾਂ ਚੱਲਦਾ ਹੁਣ ਇੰਦਰਪ੍ਰੀਤ ਜੀ ਕੋਲ। ਇੰਦਰਪ੍ਰੀਤ ਜੀ, ਮੁੱਖ ਮੰਤਰੀ 7:30 ਤੋਂ 2 ਵਜੇ ਟਾਈਮ ਕਰਨ ਦੇ ਮਾਮਲੇ 'ਚ ਬੜੀਆਂ ਉਦਾਹਰਨਾਂ ਦੇ ਰਹੇ ਸੀ, ਬੜੇ ਫਾਇਦੇ ਗਣਾ ਰਹੇ ਸੀ। ਉਹ ਕਹਿੰਦੇ ਮੈਂ 7:28 ਤੇ ਅੱਜ ਪਹੁੰਚ ਗਿਆ, ਮੇਰਾ ਸਟਾਫ ਵੀ ਪਹੁੰਚ ਗਿਆ। ਔਰ ਇਹ ਸਾਰੇ ਮਾਮਲੇ ਨੂੰ ਹਲਕਾ ਜਿਹਾ ਟੱਚ ਕਰ ਦਿਓ ਕਿ ਸਰਪਲਸ ਸਟੇਟ ਬਿਜਲੀ ਦੇ ਮਾਮਲੇ 'ਚ ਤਰਲੇ ਜੇ ਕਿਉਂ ਕੱਢ ਰਹੀ ਆ? ਸਾਡੇ ਇੱਥੇ ਕਿਹੜਾ ਟਾਈਮ ਜ਼ੋਨ ਅਮਰੀਕਾ ਵਾਲਾ ਜਾਂ ਕੈਨੇਡਾ ਵਾਲਾ ਕਿ ਘੜੀਆਂ ਅੱਗੇ ਪਿੱਛੇ ਕਰਨੀਆਂ, ਹਵਾਲੇ ਤੋਂ ਵੀ ਦੇਈ ਜਾਂਦੇ ਸੀ। ਬਿਲਕੁਲ ਠੀਕ ਹੈ ਰੰਧਾਵਾ ਸਾਹਿਬ। ਦੇਖੋ, ਮੈਂ ਪਹਿਲਾਂ ਵੀ ਇੱਕ ਵਾਰੀ ਤੁਹਾਨੂੰ ਕਿਹਾ ਸੀਗਾ ਇਹਦੇ ਇਸ਼ੂ ਦੇ ਵਿੱਚ ਕਿ ਪੰਜਾਬ ਦੇ ਵਿੱਚ ਜਿਹੜੀ ਬਿਜਲੀ ਦੀ ਡਿਮਾਂਡ ਹੈ ਉਹ ਨਾਰਮਲ ਹੈ। ਉਹ ਸਾਡੀ ਜੇ ਪੀਕ ਵੀ ਚਲੀ ਜਾਣ ਗਰਮੀਆਂ 'ਚ ਤਾਂ ਉਹ 9000 ਤੱਕ ਹੀ ਜਾਂਦੀ ਹੈ। ਅਲਬੱਤਾ ਜੇ ਅਸੀਂ ਪੈਡੀ ਨਾ ਸੋ ਕਰਨੀ ਹੋਵੇ ਪੈਡੀ, ਲੇਕਿਨ ਅਗਰ ਜਦੋਂ ਅਸੀਂ ਲਗਾਉਂਦੇ ਹਾਂ ਤਾਂ ਸਾਨੂੰ ਘੱਟੋ ਘੱਟ ਨਹੀਂ ਤਾਂ 5 ਤੋਂ 6000 ਮੈਗਾਵਾਟ ਦੀ ਲੋਡ ਪੈਂਦੀ ਹੈ। ਉਸ ਲੋਡ ਨੂੰ ਪੂਰਾ ਕਰਨ ਵਾਸਤੇ ਵੀ ਉਹ ਲੋਡ ਕਿਸ ਤਰ੍ਹਾਂ ਪੂਰੀ ਕਰੀ ਜਾਏ, ਤਾਂ ਉਹਨਾਂ ਨੇ ਦੋ ਤਰੀਕੇ ਅੱਜ ਕੀਤੇ ਹੈ। ਇੱਕ ਤਾਂ ਇਹ ਕਿਹਾ ਵੀ ਅਸੀਂ ਜਿਹੜਾ ਇਹ ਟਾਈਮ ਘਟਾਤਾ ਹੈ ਤੇ ਸਵੇਰੇ 7:30 ਵਜੇ ਕਰਤਾ ਹੈ, ਕਿਉਂਕਿ ਜਿਹੜਾ ਪੀਕ ਆਵਰਸ ਨੇ ਸਾਡੇ ਪੰਜਾਬ ਦੇ ਵਿੱਚ ਉਹ 1:30 ਵਜੇ ਤੋਂ ਲੈ ਕੇ 4 ਵਜੇ ਤੱਕ ਨੇ। ਤੇ ਜੇ ਇਹ 2 ਵਜੇ ਸਾਰੇ ਆਫਿਸ ਬੰਦ ਹੋ ਜਾ ਕਰਨਗੇ ਤਾਂ ਸਾਡੀ 350 ਮੈਗਾਵਾਟ ਜਿਹੜੀ ਬਿਜਲੀ ਹੈਗੀ ਹੈ ਉਹ ਬਚ ਜਾਏਗੀ। ਸੋ ਇੱਕ ਤਾਂ ਇਹ ਉਹਨਾਂ ਨੇ ਫਾਇਦਾ ਉਹਦਾ ਗਿਣਾਇਆ, ਔਰ ਦੂਸਰਾ ਨਾਲ ਹੀ ਉਹਨਾਂ ਨੇ ਕਿਹਾ ਵੀ ਅਸੀਂ ਐਗਰੀਕਲਚਰ ਦੀ ਵੀ ਜ਼ੋਨਿੰਗ ਕਰਾਂਗੇ, ਯਾਨੀ ਕਿ ਪੂਰਾ ਪੰਜਾਬ ਇੱਕੋ ਟਾਈਮ ਤੇ ਪੈਡੀ ਨਹੀਂ ਲਗਾ ਸਕੂਗਾ। ਅੰਮ੍ਰਿਤਸਰ ਵਾਲੇ ਕਿਸੇ ਹੋਰ ਟਾਈਮ ਤੇ ਲਗਾਉਣਗੇ, ਬਠਿੰਡੇ ਵਾਲੇ ਕਿਸੇ ਹੋਰ ਤੇ, ਪਟਿਆਲਾ ਸਾਈਡ ਵਾਲੇ ਕਿਸੇ ਹੋਰ ਤੇ। ਇਸ ਤਰ੍ਹਾਂ ਦੀ ਜ਼ੋਨਿੰਗ ਕਰ ਦਾਂਗੇ ਤਾਂ ਉਹ 'ਚ ਇੱਕ ਹਫ਼ਤਾ ਜਾਂ 5 ਦਿਨ ਜਿਸ ਤਰ੍ਹਾਂ ਦਾ ਵੀ, ਜਿੱਥੇ ਪਾਣੀ ਦੀ ਗਰਾਊਂਡ ਵਾਟਰ ਦੀ ਸਥਿਤੀ ਨੂੰ ਦੇਖ ਕੇ ਜਿਸ ਤਰ੍ਹਾਂ ਦਾ ਹੈਗਾ ਉਹਨੂੰ ਦੇਖ ਕੇ ਮਤਲਬ ਕਰ ਲਾਂਗੇ, ਤਾਂ ਕਿ ਇੱਕਦਮ ਲੋਡ ਜਿਹੜਾ ਹੈਗਾ ਉਹ ਇੰਨੀਆਂ ਮੋਟਰਾਂ ਦਾ ਨਾ ਪਵੇ ਕਿ ਅਸੀਂ ਸਾਨੂੰ ਬਾਹਰੋਂ ਮੰਗਣ। ਪੰਜਾਬ ਦੀ ਪ੍ਰੋਬਲਮ ਰੰਧਾਵਾ ਸਾਹਿਬ ਇਹ ਹੈਗੀ ਹੈ ਕਿ ਅਸੀਂ ਜਿਹੜੀ ਬਾਹਰੋਂ ਵੀ ਬਿਜਲੀ ਮੰਗਾਉਂਦੇ ਆ ਨਾ, ਉਹ ਵੀ ਹੁਣ 9000 ਮੈਗਾਵਾਟ ਹੀ ਮੰਗਵਾ ਸਕਦੇ ਆ, ਚਾਹੇ ਉਹ ਭਾਖੜਾ ਵੀ ਹੋਵੇ ਜਾਂ ਦੂਸਰੇ ਵੀ ਹੋਣ। ਤਾਂ ਉਹਦੇ 'ਚ ਦਿੱਕਤ ਕੀ ਆ ਰਹੀ ਹੈ ਕਿ ਸਾਡੀ ਆਪਣੀ ਜਿਹੜੀ ਪ੍ਰੋਡਿਊਸ ਹੈ ਉਹ ਸਾਰੀ ਹੈਗੀ ਹੈ 6500 ਮੈਗਾਵਾਟ। 9000 ਅਸੀਂ ਬਾਹਰੋਂ ਹੀ ਲੈਂਦੇ ਹਾਂ, ਚਾਹੇ ਸਾਡੀ ਹਿੱਸੇਦਾਰੀ ਹੋਵੇ ਦੂਜੀਆਂ ਸਟੇਟਾਂ ਦੇ ਲੱਗੇ ਹੋਏ ਜਿਹੜੇ ਪਲਾਂਟਸ ਨੇ ਉਹਨਾਂ 'ਚ, ਜਾਂ ਸਾਡੇ ਅਸੀਂ ਜਿਹੜਾ ਉਹਨਾਂ ਨੂੰ ਪੈਸੇ ਦਿੱਤੇ ਹੋਏ ਨੇ ਉਸ ਪਲਾਂਟ 'ਚ ਸਾਡਾ ਹਿੱਸਾ ਹੈ ਉਹਦੇ 'ਚ ਹੋਣ। ਸੋ ਇਹ ਸਾਰਾ ਮਿਲਾ ਕੇ ਸਾਨੂੰ 9000 ਮੈਗਾਵਾਟ ਬਣਦੀ ਹੈ। ਇਹਦੀ ਇੱਕ ਲਿਮਿਟ ਹੈ, ਇਹ ਟਰਾਂਸਮਿਸ਼ਨ ਲਾਈਨਸ ਅਸੀਂ ਕਹਿੰਦੇ ਹੁੰਦੇ ਇਹਨੂੰ, ਇਹਦੀ ਵੀ ਇੱਕ ਲਿਮਿਟ ਹੈ। ਜੇ ਹੁਣ 15000 ਮੈਗਾਵਾਟ ਤੋਂ ਕ੍ਰਾਸ ਕਰ ਗਈ, ਫਿਰ ਅਸੀਂ ਚਾਹੇ ਬਿਜਲੀ ਮੰਗਾਉਣ ਦੀ ਸਮਰੱਥਾ 'ਚ ਵੀ ਰਹੀਏ ਤਾਂ ਵੀ ਅਸੀਂ ਮੰਗਾ ਨਹੀਂ ਸਕਾਂਗੇ, ਸਾਨੂੰ ਵੱਡੇ ਵੱਡੇ ਕੱਟ ਲਗਾਉਣੇ ਹੀ ਪੈਣਗੇ। ਸੋ ਗੱਲ ਇਹ ਹੈਗੀ ਹੈ ਕਿ ਹੁਣ ਉਹਦਾ ਫਿਰ ਬੀ ਪਲਾਨ ਕੀ ਹੈ। ਸਰਕਾਰ ਇਹ ਕਲੇਮ ਕਰ ਰਹੀ ਹੈ ਕਿ ਸਾਡਾ ਬੀ ਪਲਾਨ ਇਹੀ ਹੈ ਕਿ ਅਸੀਂ ਜਿਹੜੇ ਟਾਈਮ ਜ਼ੋਨ ਨੇ ਉਹਨਾਂ ਨੂੰ ਘਟਾਇਆ ਜਾਏ, ਮਤਲਬ ਕਿ ਆਫਿਸ ਦੇ ਟਾਈਮ ਚੇਂਜ ਕਰਤੇ ਅਸੀਂ, ਜਾਂ ਸਕੂਲ ਦੇ ਟਾਈਮ ਅਸੀਂ ਸੇਮ ਕਰ ਲਿਆ, ਤਾਂ ਉਹਦੇ ਨਾਲ ਕਾਫੀ ਬਿਜਲੀ ਬਚ ਜਾਏਗੀ। ਔਰ ਜਿਹੜਾ ਇਹ ਬਿਜਲੀ ਪੈਡੀ ਦਾ ਜ਼ੋਨਿੰਗ ਕਰਤੀ ਹੈ, ਇਹਦੇ ਨਾਲ ਬਿਜਲੀ ਬਚ ਜਾਏਗੀ। ਤਾਂ ਜਿੰਨੀ ਸਾਨੂੰ ਇੰਨੀ ਐਕਸਟਰਾ ਚਾਹੀਦੀ ਹੈ ਉਹ ਬਿਜਲੀ ਅਸੀਂ ਇਸ ਤੋਂ ਬਚਾ ਲਾਂਗੇ, ਤੇ ਜਿਹਦੇ ਕਰਕੇ ਸਾਡੇ ਤੇ ਲੋਡ ਵੀ ਘੱਟ ਪਏਗਾ ਔਰ ਸਾਨੂੰ ਕੱਟ ਵੀ ਨਹੀਂ ਲਗਾਉਣੇ ਪੈਣਗੇ। ਜੀ ਭਾਸਕਰ ਸਾਹਿਬ, ਇੱਕ ਅਹਿਮ ਖਬਰ ਅਸੀਂ ਪਿੱਛੇ ਛੱਡ ਆਏ ਸੀ, ਮੈਨੂੰ ਲੱਗਦਾ ਉਹ ਦੂਜੇ ਨੰਬਰ ਦੀ ਖਬਰ ਸੀਗੀ। ਮਰਿੰਡਾ ਬੇਅਦਬੀ ਮਾਮਲੇ ਦੇ ਦੋਸ਼ੀ ਉਹਦੀ ਮੌਤ ਹੋ ਜਾਂਦੀ। ਦੇਖੋ, ਇਹ ਬੜੇ ਮਾਮਲੇ, ਸੀਰੀਅਸ ਮਾਮਲੇ ਇਹੋ ਜਿਹੇ ਜਿਨ੍ਹਾਂ ਦੇ ਵਿੱਚ ਦੋਸ਼ੀ ਜਿਉਂਦੇ ਨਹੀਂ ਰਹੇ, ਉਹਨਾਂ ਦੀ ਮੌਤ ਹੋ ਜਾਂਦੀ। ਫਿਰ ਜਿਹੜੀ ਇੱਕ ਸਾਜ਼ਿਸ਼ ਵਾਲੀ ਕਹਾਣੀ ਹੁੰਦੀ ਆ ਉਹ ਮਰ ਜਾਂਦੀ ਉੱਥੇ ਹੀ। ਕਿਸੇ ਦੋਸ਼ੀ ਦੇ ਮਰ ਜਾਣ ਨਾਲ ਕਤਲ, ਮੈਂ ਕਤਲ ਸ਼ਬਦ ਇੱਥੇ ਇਸ ਕਰਕੇ ਯੂਜ਼ ਕਰ ਰਿਹਾ ਕਿ ਇਹਨੂੰ ਤੁਸੀਂ ਕਥਿਤ ਕਤਲ ਕਹਿ ਸਕਦੇ ਹੋ। ਹੁਣ ਵੇਖਣ ਵਾਲੀ ਗੱਲ ਹੈ ਕਿ ਕਿਸੇ ਵੱਡੀ ਸਾਜ਼ਿਸ਼ ਦਾ ਹਿੱਸਾ ਸੀ ਇਹ ਵਿਅਕਤੀ, ਜਿਹਦੀ ਮੌਤ ਜੇਲ੍ਹ ਦੇ ਵਿੱਚੋਂ ਹਸਪੀਟਲ 'ਚ ਜਾ ਕੇ ਹੋ ਜਾਂਦੀ ਹੈ। ਔਰ ਦੂਜਾ ਅਸੀਂ ਮਾਮਲਾ ਲਵਾਂਗੇ ਸੈਡੀਸ਼ਨ ਵਾਲਾ, ਜਿਹਦੇ 'ਚ ਸੁਪਰੀਮ ਕੋਰਟ 'ਚ ਕੇਂਦਰ ਸਰਕਾਰ ਕਹਿੰਦੀ ਹੈ ਕਿ ਸਾਡਾ ਜਿਹੜਾ ਇਹਨੂੰ ਰਿਵਿਊ ਕਰਨ ਦਾ ਉਹ ਆਖਰੀ ਪੜਾਅ ਦੇ ਵਿੱਚ, ਅਸੀਂ ਰਿਵਿਊ ਕਰਨ ਦੇ ਨਜ਼ਰੀਏ ਤੋਂ। ਸੋ ਜਿਹੜਾ ਮਰਿੰਡੇ ਵਾਲਾ ਦੋਸ਼ੀ ਆ, ਉਹਦੇ ਮਰ ਜਾਣ ਤੋਂ ਬਾਅਦ, ਉਹਦੀ ਮੌਤ ਤੋਂ ਬਾਅਦ, ਕੀ ਇਹਦੀ ਇਨਵੈਸਟੀਗੇਸ਼ਨ ਲਗਭਗ ਤਹਿਸ ਨਹਿਸ ਹੋ ਜਾਊਗੀ। ਅਸੀਂ ਮੁੱਦੇ ਤੱਕ ਨਹੀਂ ਪਹੁੰਚ ਸਕਾਂਗੇ ਵੀ ਆਖਿਰ ਕੌਣ ਤਾਕਤਾਂ ਨੇ ਜਿਹੜੀਆਂ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰਦੀਆਂ।
ਬੇਅਦਬੀ ਦਾ ਆਰੋਪੀ ਜਸਵੀਰ ਸਿੰਘ, ਜਿਹਨੂੰ ਮਾਨਸਾ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਸੀਗਾ, ਉਹਦਾ ਅਚਾਨਕ ਮਰ ਜਾਣਾ, ਉਹ ਵੀ ਇਸ ਕਰਕੇ ਕਿ ਉਹਨੂੰ ਸਾਹ ਲੈਣ ਦੇ ਵਿੱਚ ਤਕਲੀਫ ਹੋਈ ਤੇ ਉਹ ਮਰ ਗਿਆ। ਹਜੇ ਤੱਕ ਮੀਡੀਆ ਨੂੰ ਸਿਰਫ ਇਹੀ ਦੱਸਿਆ ਗਿਆ ਕਿ ਉਹਨੂੰ ਸਾਹ ਲੈਣ ਦੀ ਤਕਲੀਫ ਸੀਗੀ ਤੇ ਇਸ ਕਰਕੇ ਉਹਨੂੰ ਹਸਪੀਟਲ ਲੈ ਕੇ ਗਏ ਤੇ ਉੱਥੇ ਉਹਨੇ ਅੰਤਿਮ ਸਾਂਸ ਲਈ। ਇਸ ਤਰ੍ਹਾਂ ਦੇ ਆਰੋਪੀ ਦਾ ਮਰ ਜਾਣਾ ਕਿਸੇ ਸਿੱਟੇ ਤੱਕ ਨਾ ਪਹੁੰਚਣ ਵਾਸਤੇ ਇੱਕ ਤਰੀਕੇ ਨਾਲ ਪੈਂਦੇ ਸੱਟੇ ਅਗਰ ਅਸੀਂ ਦੇਖੀਏ ਤੇ ਇਹਦੇ ਪਿੱਛੇ ਕੋਈ ਚਾਲ ਵੀ ਹੋ ਸਕਦੀ ਹੈ। ਕੁਝ ਲੋਕ ਨਹੀਂ ਚਾਹੁੰਦੇ ਹੋਣੇ, ਹਾਲਾਂਕਿ ਸਾਨੂੰ ਇਹ ਨਹੀਂ ਪਤਾ ਬਿਲਕੁਲ ਵੀ ਕਿ ਉਹ ਨੈਚੁਰਲ ਡੈਥ ਮਰਿਆ ਜਾਂ ਇਹਦੇ ਪਿੱਛੇ ਕੋਈ ਹੋਰ ਸਰਕਮਸਟੈਂਸਸ ਵੀ ਸੀਗੇ, ਪਰ ਦੂਰੋਂ ਦੇਖਣ ਨਾਲ ਇਹ ਲੱਗਦਾ ਹੈ ਕਿ ਉਸ ਵਿਅਕਤੀ ਦਾ ਮਰ ਜਾਣਾ, ਜਿਹਨੂੰ ਇੱਕ ਵਕੀਲ ਅਦਾਲਤ ਦੀ ਪੇਸ਼ੀ ਦੇ ਵਿੱਚ ਮਾਰਨਾ ਚਾਹੁੰਦਾ ਸੀਗਾ, ਉਹਦੇ ਕੋਲ ਇੱਕ ਰਿਵਾਲਵਰ ਵੀ ਬਰਾਮਦ ਹੋਈ ਔਰ ਉਹ ਰਿਵਾਲਵਰ ਵੀ ਅਕਾਲੀ ਪਾਰਸ਼ਦ ਨੇ ਦਿੱਤੀ ਸੀ। ਇੱਥੇ ਤੱਕ ਗੱਲਾਂ ਤੁਰੀਆਂ। ਮਹਿੰਦਰਪਾਲ ਸਿੰਘ ਬਿੱਟੂ ਦਾ ਕੇਸ ਯਾਦ ਕਰੋ, ਜਿਹਨੂੰ ਜੇਲ੍ਹ ਦੇ ਵਿੱਚ ਹੀ ਜਿਹਦੀ ਹੱਤਿਆ ਕਰ ਦਿੱਤੀ ਗਈ ਸੀ, ਉਹ ਵੀ ਬੇਅਦਬੀ ਦਾ ਮੁੱਖ ਆਰੋਪੀ ਸੀਗਾ। ਅੱਜ ਤੱਕ ਉਹਦੀ ਹੱਤਿਆ ਦੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਗੱਲਾਂ ਤੇ ਸਾਹਮਣੇ ਆਈ ਕਿ ਵੀ ਆਪਸੀ ਲੜਾਈ ਹੋਈ, ਉਹਦੇ ਵਿੱਚ ਮਾਰ ਦਿੱਤਾ ਗਿਆ ਤੇ ਬਾਅਦ ਚੋਂ ਕੋਈ ਬਹੁਤੀ ਕਿਸੇ ਦੇ ਖਿਲਾਫ ਕੋਈ ਕਾਰਵਾਈ ਹੋਏ, ਕੋਈ ਮੋਟਿਵ ਪਤਾ ਲੱਗਿਆ ਹੋਏ ਕਿਉਂ ਮਾਰਿਆ ਸੀਗਾ, ਇਹ ਸਾਰੀ ਗੱਲਾਂ ਦੇ ਉੱਤੇ ਪਰਦਾ। ਹੁਣ ਅੰਮ੍ਰਿਤ ਦਰਬਾਰ ਸਾਹਿਬ ਦੇ ਵਿੱਚ ਵੀ ਪਿਛਲੇ ਸਾਲ ਬੇਅਦਬੀ ਹੋਈ ਸੀਗੀ, ਉਹਦੇ ਵਿੱਚ ਉਸੇ ਵਕਤ ਉਸ ਦੌਰਾਨ ਹੀ ਉਸ ਵਿਅਕਤੀ ਨੂੰ ਮਾਰ ਦਿੱਤਾ ਗਿਆ ਸੀ। ਸਿੰਘੂ ਬਾਰਡਰ ਤੇ ਵੀ ਏਦਾਂ ਦੀ ਬੇਅਦਬੀ ਹੋਈ ਸੀ ਕਥਿਤ ਤੌਰ ਤੇ, ਉਹਨੂੰ ਵੀ ਮਾਰ ਦਿੱਤਾ ਗਿਆ ਸੀ। ਯਾਨੀ ਸਾਜ਼ਿਸ਼ ਦਾ ਨਾ ਪਤਾ ਲੱਗਣਾ ਆਪਣੇ ਆਪ ਵਿੱਚ ਇਹ ਇੱਕ ਕੋਈ ਚਾਲ ਵੀ ਹੋ ਸਕਦੀ ਹੈ। ਇਹ ਹਰ ਕੇਸ ਦੇ ਵਿੱਚ ਕੋਈ ਕੋਇਨਸੀਡੈਂਸ ਤੇ ਨਹੀਂ ਹੋ ਸਕਦਾ ਕਿ ਬੇਅਦਬੀ ਦਾ ਆਰੋਪੀ ਫੜਿਆ ਗਿਆ ਜਾਂ ਤੇ ਉਹ ਜੇਲ੍ਹ ਦੇ ਵਿੱਚ ਖੁਦ ਮਰ ਜਾਂਦਾ ਹੈ ਜਾਂ ਉਹਨੂੰ ਮਾਰ ਦਿੱਤਾ ਜਾਂਦਾ ਹੈ ਜਾਂ ਲੋਕ ਹੀ ਉਹਨੂੰ ਉਸ ਪੁਆਇੰਟ ਤੇ ਮਾਰ ਦਿੰਦੇ ਨੇ ਇਸ ਤੋਂ ਪਹਿਲੇ ਕਿ ਉਹ ਰਿਵੀਲ ਕਰੇ ਕਿ ਉਹਨੂੰ ਕਿੰਨੇ ਭੇਜਿਆ ਸੀਗਾ ਤੇ ਕੀ ਸਾਜ਼ਿਸ਼ ਸੀਗੀ। ਇਹ ਸਾਜ਼ਿਸ਼ ਦਾ ਨਾ ਪਤਾ ਲੱਗਣਾ ਇਹ ਜ਼ਿਆਦਾ ਇੱਕ ਗੰਭੀਰ ਮੁੱਦਾ ਹੈਗਾ। ਦੋਸ਼ੀ ਦਾ ਫੜਿਆ ਜਾਣਾ ਜ਼ਰੂਰੀ ਹੁੰਦਾ ਹੈ, ਪਰ ਨਾਲ ਦੇ ਨਾਲ ਉਹਨਾਂ ਦਾ ਮਾਰਿਆ ਜਾਣਾ ਇਹ ਵੀ ਆਪਣੇ ਆਪ ਵਿੱਚ ਬੇਅਦਬੀ ਦੀ ਘਟਨਾਵਾਂ ਦੇ ਪਿੱਛੇ ਚੱਲ ਰਹੀ ਸਾਜ਼ਿਸ਼ ਦਾ ਨਾ ਪਤਾ ਚੱਲਣਾ। ਮੈਨੂੰ ਇਹ ਲੱਗਦਾ ਹੈ ਕਿ ਇਹਦੇ ਪਿੱਛੇ ਵੀ ਕੋਈ ਨਾ ਕੋਈ ਸਿਆਸੀ ਸਾਜ਼ਿਸ਼ ਹੋ ਸਕਦੀ ਹੈ, ਭਾਵੇਂ ਸਿਆਸੀ ਹੋਏ ਜਾਂ ਨਾਨ ਪੋਲੀਟੀਕਲ ਹੋਏ, ਪਰ ਇਸ ਸਾਜ਼ਿਸ਼ ਦਾ ਹਜੇ ਤੱਕ ਪਤਾ ਨਾ ਲੱਗ ਪਾਣਾ ਇਹ ਵੀ ਆਪਣੇ ਆਪ ਵਿੱਚ ਇੱਕ ਸਾਜ਼ਿਸ਼ ਹੋ ਸਕਦੀ। ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਜਿਸ ਵਿਅਕਤੀ ਨੇ ਬੇਅਦਬੀ ਦੀ ਕੋਸ਼ਿਸ਼ ਕੀਤੀ ਸੀ ਤੇ ਮੌਕੇ ਦੇ ਉੱਤੇ ਸਤਰਕ ਜਥੇਦਾਰਾਂ ਨੇ ਉਹਨੂੰ ਫੜ ਲਿਆ ਸੀ, ਸੇਵਾਦਾਰਾਂ ਨੇ, ਉਸ ਵਿਅਕਤੀ ਦੇ ਮਾਮਲੇ 'ਚ ਸੀਸੀਟੀਵੀ ਫੁਟੇਜ ਜਿਹੜੀਆਂ ਉਹ ਦੱਸਦੀਆਂ ਸੀ ਕਿ ਉਹ ਕਈ ਦਿਨ ਤੋਂ ਕੋਸ਼ਿਸ਼ ਕਰ ਰਿਹਾ ਸੀ, ਲੇਕਿਨ ਉਹਦੀ ਪਛਾਣ ਹੀ ਨਾ ਹੋ ਸਕਣੀ, ਉਹਦੀ ਪਛਾਣ ਹੀ ਨਾ ਹੋ ਸਕਣੀ। ਕਿੱਡਾ ਵੱਡਾ ਮਾਮਲਾ ਬਣਿਆ ਸੀਗਾ। ਪਰ ਜੇ ਉਹਨੂੰ ਫੜ ਕੇ ਉਹਦੀ ਸਾਜ਼ਿਸ਼ ਦੇ ਪਿੱਛੇ ਜਾਇਆ ਜਾਂਦਾ, ਉਹ ਕੌਣ ਹੈ, ਕਿੱਥੋਂ ਆਇਆ, ਪਤਾ ਲੱਗਦਾ, ਹੋਰ ਜ਼ਿਆਦਾ ਅਹਿਮ ਹੁੰਦਾ। ਪਰ ਉਹਦੇ ਨਾਲ ਹੀ ਸਭ ਕੁਝ ਦਫਨ ਹੋ ਗਿਆ ਤੇ ਅੱਜ ਤੱਕ ਉਹਦੀ ਪਛਾਣ ਨਹੀਂ ਦੱਸੀ ਗਈ, ਨਾ ਉਹਦੀ ਪਛਾਣ ਕਹਿੰਦੇ ਪਤਾ ਲੱਗ ਸਕਿਆ। ਹੁਣ ਕੋਈ ਜ਼ਮੀਨ ਖਾ ਗਈ, ਅਸਮਾਨ ਨਿਕਲ ਗਿਆ, ਇਹ ਕੀ ਚੱਕਰ ਨੇ ਕਿ ਕੋਈ ਬੰਦਾ ਇਸ ਧਰਤੀ ਤੇ ਪੈਦਾ ਹੋਇਆ ਤੇ ਉਹਦੀ ਕੋਈ ਪਛਾਣ ਹੀ ਹੈ ਨਹੀਂ, ਜਦੋਂ ਆਧਾਰ ਦਾ ਜ਼ਮਾਨਾ ਹੈ, ਆਧਾਰ ਕਾਰਡ ਤੋਂ ਲੈ ਕੇ। ਸੋ ਇਹ ਕਾਫੀ ਵੱਡੀਆਂ ਸਾਜ਼ਿਸ਼ਾਂ ਨੇ ਜਿਹਦੇ ਉੱਤੇ ਸਟੇਟ ਨੂੰ ਧਿਆਨ ਦੇਣ ਦੀ ਲੋੜ ਹੈ, ਪੁਲਿਸ ਨੂੰ ਆਪਣਾ ਕੰਮ ਹੋਰ ਮੁਸਤੈਦੀ ਨਾਲ ਕਰਨ ਦੀ ਲੋੜ ਆ। ਘੱਟੋ ਘੱਟ ਇੰਨੇ ਦਿਨਾਂ ਬਾਅਦ ਉਹਦੇ ਕੋਲੋਂ ਕੁਝ ਉਗਲਾਇਆ ਵੀ ਗਿਆ ਕਿ ਨਹੀਂ, ਕੀ ਕਾਰਨ ਸੀ ਕਿ ਇੱਕ ਹੱਟਾ ਘੱਟਾ ਬੰਦਾ ਜਾ ਕੇ ਅੰਦਰ ਬੇਅਦਬੀ ਕਰਦਾ ਹੈ। ਉਹਦੀ ਮਾਨਸਿਕਤਾ ਬਦਲਣ ਲਈ ਕਿਸੇ ਨੇ ਉਹਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਕੁਝ ਮੀਟਿੰਗਾਂ ਕੀਤੀਆਂ ਹੋਣ, ਉਸ ਬੰਦੇ ਦਾ ਮਨ ਇਸ ਤਰ੍ਹਾਂ ਦਾ ਬਣਾਇਆ ਹੋਵੇ, ਕੋਈ ਸਾਜ਼ਿਸ਼ ਹੋਵੇ, ਕਿਸੇ ਨੇ ਤਿਆਰ ਕੀਤਾ ਹੋਵੇ, ਕਿੱਥੇ ਨੇ ਉਹ ਸਭ ਕੁਝ। ਇਹ ਬੜੇ ਅਹਿਮ ਮਾਮਲੇ ਆ। ਪਰ ਮੈਂ ਆਖਰੀ ਮਾਮਲਾ ਜਿਹੜਾ ਭਾਸਕਰ ਸਾਹਿਬ, ਜਿਹੜਾ ਆਖਰੀ ਮਾਮਲਾ ਸਟੇਸ਼ਨ ਵਾਲਾ ਲੈਣੇ ਆ, ਤੁਸੀਂ ਗੱਲ ਕਰ ਲਓ। ਇੱਕ ਸਭ ਤੋਂ ਵੱਡੀ ਗੱਲ ਹੈਗੀ ਹੈ, ਸਾਰੀ ਬੇਅਦਬੀ ਦੀ ਕੋਸ਼ਿਸ਼ਾਂ ਦੇ ਵਿੱਚ ਇੱਕ ਗੱਲ ਬੜੀ ਕਾਮਨ ਹੈਗੀ ਹੈ ਕਿ ਜਿਨ੍ਹਾਂ ਨੇ ਵੀ ਇਸ ਬੇਅਦਬੀ ਕੀਤੀ ਹੈ, ਬੇਅਦਬੀ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਬਾਅਦ ਚੋਂ ਉਹਨਾਂ ਦਾ ਮਾਨਸਿਕ ਸੰਤੁਲਨ ਸਹੀ ਨਹੀਂ ਹੈ, ਇਹ ਕਰਕੇ ਦਰਸਾਇਆ ਜਾਂਦਾ। ਭਾਵੇਂ ਤੁਹਾਨੂੰ ਯਾਦ ਹੋਏਗਾ ਸਿੰਘੂ ਬਾਰਡਰ ਦੇ ਉੱਤੇ ਨਿਹੰਗਾਂ ਦੇ ਟਾਈਮ 'ਚ ਜਿਹਦੀ ਹੱਤਿਆ ਕਰ ਦਿੱਤੀ ਗਈ ਸੀ, ਉਹਦੇ ਬਾਰੇ 'ਚ ਵੀ ਇਹੀ ਕਿਹਾ ਸੀਗਾ ਕਿ ਉਹਦਾ ਮਾਨਸਿਕ ਸਥਿਤੀ ਉਹਦੀ ਠੀਕ ਨਹੀਂ ਸੀਗੀ। ਔਰ ਜਦ ਅੰਮ੍ਰਿਤਸਰ ਵਾਲੀ ਦਰਬਾਰ ਸਾਹਿਬ ਵਾਲੀ ਗੱਲ ਚੱਲੀ, ਉੱਥੇ ਵੀ ਕਿਹਾ ਗਿਆ ਸੀਗਾ ਕਿ ਮਾਨਸਿਕ ਤੌਰ ਤੇ ਉਹ ਕਮਜ਼ੋਰ ਵਿਅਕਤੀ ਲੱਗਦਾ ਸੀਗਾ। ਜਸਵੀਰ ਦੇ ਬਾਰੇ 'ਚ ਵੀ ਇਹ ਕਹਿ ਰਹੇ ਸੀਗੇ ਕਿ ਉਹਦਾ ਵੀ ਮਾਨਸਿਕ ਸੰਤੁਲਨ ਠੀਕ ਨਹੀਂ ਸੀਗਾ। ਪਰ ਏਦਾਂ ਦੇ ਮਾਨਸਿਕ ਸੰਤੁਲਨ ਠੀਕ ਨਾ ਹੋਣ ਵਾਲਿਆਂ ਦਾ ਇਸ ਤਰ੍ਹਾਂ ਦੀ ਬੇਅਦਬੀ ਕਰਨਾ ਇਹ ਇੱਕ ਟ੍ਰੈਂਡ ਤੇ ਨਹੀਂ ਹੈ, ਕਿਉਂਕਿ ਉਹਨਾਂ ਨੂੰ ਜਸਵੀਰ ਮਰਿਆ ਹੈ ਜਾਂ ਮਾਰ ਦਿੱਤਾ ਗਿਆ ਕੁਝ ਨਹੀਂ ਪਤਾ ਸਾਨੂੰ, ਪਰ ਉਹਦਾ ਮਰਨਾ ਹੀ ਆਪਣੇ ਆਪ ਵਿੱਚ ਬੜੀ ਇੱਕ ਮਿਸਟੀਰੀਅਸ ਜੀ ਗੱਲ ਹੈਗੀ ਹੈ। ਜੇ ਉਹ ਵਿਅਕਤੀ ਬਿਲਕੁਲ ਠੀਕ ਸੀਗਾ ਔਰ ਮਾਨਸਿਕ ਤੌਰ ਤੇ ਭਾਵੇਂ ਖਰਾਬ ਹੋਏ, ਪਰ ਅਚਾਨਕ ਹੀ ਉਹਦਾ ਸਾਹ ਨੂੰ ਲੈਣ ਦੇ ਵਿੱਚ ਤਕਲੀਫ ਹੋ ਜਾਣਾ ਔਰ ਉਹਦਾ ਮਰ ਜਾਣਾ, ਯਾਨੀ ਕਿਸੇ ਸਾਜ਼ਿਸ਼ ਦੇ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਔਰ ਇਸ ਕੋਸ਼ਿਸ਼ ਨੂੰ ਬੇਨਕਾਬ ਕਰਨਾ ਸਰਕਾਰਾਂ ਦਾ ਕੰਮ ਹੁੰਦਾ ਹੈ। ਸਰਕਾਰ ਇਸ ਮੁੱਦੇ ਦੇ ਉੱਤੇ ਕੀ ਕਰ ਰਹੀ ਹੈ ਹਜੇ ਤੱਕ ਸਰਕਾਰ ਨੇ ਨਹੀਂ ਦੱਸਿਆ। ਪਰ ਦੂਜੀ ਗੱਲ ਸੈਡੀਸ਼ਨ ਦੀ ਗੱਲ ਕਰੀਏ, ਮੈਂ ਸੈਡੀਸ਼ਨ ਵਾਲਾ ਕੇਸ ਲੈਣਾ, ਆਪਾਂ ਇੰਦਰਪ੍ਰੀਤ ਜੀ ਨੂੰ ਲੈ ਲਈਏ, ਹੋ ਸਕਦਾ ਇਹਨਾਂ ਦਾ ਨੈਟਵਰਕ ਟੁੱਟ ਜੇ ਸਾਡੇ ਨਾਲੋਂ।
ਆਖਰੀ ਖਬਰ ਚੋਂ ਲੈਨੇ ਆ। ਤੁਸੀਂ ਠੀਕ ਕਹਿ ਰਹੇ ਹੋ, ਮਾਨਸਿਕ ਸੰਤੁਲਨ ਠੀਕ ਨਾ ਹੋਣ ਵਾਲਾ ਵਿਅਕਤੀ ਇਸ ਤਰ੍ਹਾਂ ਦੀ ਹਰਕਤ ਕਰ ਸਕਦਾ। ਉਹਦਾ ਮਾਨਸਿਕ ਸੰਤੁਲਨ ਖਰਾਬ ਕੀਤੇ ਬਿਨਾ ਉਹ ਕੋਈ ਇਹੋ ਜਿਹੀ ਹਰਕਤ ਨਹੀਂ ਕਰ ਸਕਦਾ। ਪਰ ਮਾਨਸਿਕ ਸੰਤੁਲਨ ਵਿਗਾੜਨ ਵਾਲੀਆਂ ਕੀ ਕੋਈ ਤਾਕਤਾਂ ਤਾਂ ਨਹੀਂ? ਸਵਾਲ ਤਾਂ ਇੱਥੇ ਆ ਜਿੱਥੇ ਕੋਈ ਜੜ ਤੱਕ ਜਾ ਹੀ ਨਹੀਂ ਰਿਹਾ। ਇੰਦਰਪ੍ਰੀਤ ਜੀ, ਉਸ ਕਾਰਪਸ ਫੰਡ ਦਾ ਜ਼ਿਕਰ ਕਰਨਾ ਬੜਾ ਜ਼ਰੂਰੀ ਆ। ਸਰੋਂ ਪੰਜਾਬ ਦੇ ਵਿੱਚ ਰੁਲ ਰਹੀ ਆ, ਰੇਟ ਠੀਕ ਨਹੀਂ ਮਿਲ ਰਹੇ। ਇੱਕ ਵਾਰੀ 2018 ਚ ਜਿਹੜਾ ਕਾਰਪਸ ਫੰਡ ਬਣਾਉਣ ਦੀ ਕੋਸ਼ਿਸ਼ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਸੀ, ਕਾਨੂੰਨ ਲਿਆ ਕੇ, ਐਕਟ ਲਿਆ ਕੇ, ਅਜੇ ਵੀ ਫਾਈਲਾਂ 'ਚ ਫਸਿਆ ਪਿਆ। ਬੜੀ ਤੇਜ਼ੀ 'ਚ ਦੱਸਿਓ ਕਿਉਂਕਿ ਸਾਡੇ ਕੋਲ ਸਮੇਂ ਦੀ ਅੱਜ ਸੀਮਾ ਹੈ। ਰੰਧਾਵਾ ਸਾਹਿਬ ਦੇਖੋ, ਇੱਕ 2018 ਦੇ ਵਿੱਚ ਇਹ ਆਇਆ ਸੀਗਾ, ਇਹ ਮਹਿਸੂਸ ਕੀਤਾ ਗਿਆ ਸੀਗਾ ਕਿ ਜਿਹੜੇ ਫਸਲਾਂ ਦੀ ਕੀਮਤਾਂ 'ਚ ਬਹੁਤ ਤੇਜ਼ੀ ਨਾਲ ਉਤਾਰ ਚੜਾਅ ਹੁੰਦਾ ਹੈ ਤੇ ਜਦੋਂ ਕਿਸਾਨਾਂ ਦੀ ਫਸਲ ਮੰਡੀਆਂ 'ਚ ਆਉਂਦੀ ਹੈ ਉਦੋਂ ਰੇਟ ਇੱਕਦਮ ਗਿਰ ਜਾਂਦੇ ਆ ਤੇ ਜਦੋਂ ਵੇਚ ਦਿੰਦਾ ਸਾਰਾ ਕੁਝ ਤਾਂ ਉਹ ਸਾਰੇ ਰੇਟ ਫਿਰ ਦੁਬਾਰਾ ਤੋਂ ਫਿਰ ਚੜ ਜਾਂਦੇ ਆ। ਤੋ ਕੀ ਇਹਦੇ ਪਿੱਛੇ ਕੋਈ ਨੈਕਸਸ ਹੈ ਜਾਂ ਕੀ ਹੈਗਾ? ਇਹ ਇੱਕ ਕਾਫੀ ਚਰਚਾ 'ਚ ਰਿਹਾ ਸੀ। ਤਾਂ ਉਹਦਾ ਇੱਕ ਹੱਲ ਇਹ ਲੱਭਿਆ ਗਿਆ ਕਿ ਇੱਕ ਕਾਰਪਸ ਫੰਡ ਬਣਾਤਾ ਜਾਏ, ਪ੍ਰਾਈਸ ਸਟੇਬਲਾਈਜੇਸ਼ਨ ਫੰਡ ਜਿਹਨੂੰ ਕਹਿੰਦੇ ਹੈਗੇ ਆ, ਉਹ ਬਣਾ ਕੇ ਉਹਦੇ ਲਈ ਪੈਸਾ ਰੱਖ ਲਿਆ ਜਾਏ। ਉਹ ਪੈਸਾ ਕਿੱਥੋਂ ਰੱਖਣਾ ਸੀਗਾ? ਇੱਕ ਤਾਂ ਸੀ ਉਹਦੇ 'ਚ ਵੀ ਜਿਹੜੀ ਅਸੀਂ ਆੜਤ ਲੈਂਦੇ ਆ 2.5%, ਉਹ ਕਿਹਾ ਗਿਆ ਕਿ ਉਹ ਸਿਰਫ 2 ਦਿੱਤੀ ਜਾਏਗੀ। ਉਹਦਾ 50.50% ਜਿਹੜਾ ਹੈਗਾ ਉਹ ਇਸ ਕਾਰਪਸ ਫੰਡ 'ਚ ਦਿੱਤਾ ਜਾਏਗਾ। ਤੇ ਇਸੇ ਤਰ੍ਹਾਂ ਹੀ ਜਿਹੜਾ ਮੰਡੀ ਬੋਰਡ ਹੈਗਾ ਉਹ ਵੀ ਆਪਣਾ ਇੰਨਾ ਹੀ ਹਿੱਸਾ ਪਾਏਗਾ। ਤਾਂ ਨਾਲ ਹੀ ਨਾਲ ਜਿਹੜੇ ਕੇਂਦਰੀ ਸੈਕਟਰੀ ਸੀਗੇ ਉਦੋਂ, ਸ਼ਿਰਾਜ ਹੁਸੈਨ, ਉਹਨਾਂ ਨੇ ਕਿਹਾ ਸੀਗਾ ਵੀ ਜੇ ਤੁਸੀਂ ਦੋਨੋਂ ਇਕੱਠੇ ਕਰ ਲਓ ਤਾਂ ਜਿੰਨਾ ਫੰਡ ਇਕੱਠਾ ਕਰੋਗੇ ਉਹਨਾਂ ਸੈਂਟਰ ਗਵਰਨਮੈਂਟ ਦੇ ਦੇਗੀ, ਤਾਂ ਕਿ ਇੱਕ 2,000 ਕਰੋੜ ਰੁਪਏ ਦਾ ਇੱਕ ਫੰਡ ਬਣ ਜੇ। ਤੇ ਜਿਵੇਂ ਅੱਜ ਸਰੋਂ ਦੇ ਰੇਟ ਸਮਝੋ ਗਿਰੇ ਹੋਏ ਆ, MSP ਨਾਲੋਂ 1,000 ਰੁਪਇਆ ਪਰ ਕੁਇੰਟਲ ਦੇ ਪਿੱਛੇ ਕਿਸਾਨਾਂ ਨੂੰ ਘੱਟ ਮਿਲ ਰਿਹਾ। ਜੇ ਇਹ ਜੀ ਸਥਿਤੀ ਆਂਦੀ ਤਾਂ ਅਸੀਂ ਉਸ ਕਾਰਪਸ ਫੰਡ ਦੇ ਵਿੱਚੋਂ ਇਹਨਾਂ ਨੂੰ ਉਥੋਂ ਦੇ ਦਿੰਦੇ, ਕਿਸਾਨਾਂ ਦਾ ਕੋਈ ਨੁਕਸਾਨ ਨਹੀਂ ਸੀ ਹੋਣਾ ਤੇ ਕਿਸਾਨਾਂ ਦਾ ਹੀ ਪੈਸਾ ਸੀ, ਕਿਸਾਨਾਂ ਨੂੰ ਹੀ ਵਾਪਿਸ ਮਿਲ ਜਾਂਦਾ। ਪਰ ਇਹ ਨਾ ਤਾਂ ਇਹਦੇ ਰੂਲ ਫਰੇਮ ਕੀਤੇ ਹਜੇ ਤੱਕ, ਤੁਸੀਂ ਦੇਖੋ 5 ਸਾਲ ਹੋ ਗਏ, ਉਸੇ ਤਰ੍ਹਾਂ ਹੀ ਐਕਟ ਵੀ ਪਾਸ ਹੋ ਚੁੱਕਿਆ ਪਿਆ, ਡਿਪਾਰਟਮੈਂਟ ਕੋਲ ਹੀ ਪਿਆ, ਪਰ ਨਾ ਕੋਈ ਰੂਲ ਫਰੇਮ ਕੀਤੇ, ਨਾ ਕੋਈ ਇਹ ਤੈਅ ਹੋਇਆ ਕਿ ਹਾਂ ਪੈਸਾ ਕਿੱਥੋਂ ਆਣਾ ਹੈ ਕਿੱਥੇ ਨਹੀਂ ਆਣਾ। ਸੋ ਇਹ ਸਾਰੀਆਂ ਚੀਜ਼ਾਂ ਜਦੋਂ ਮਤਲਬ ਆ ਜਾਂਦੀਆਂ ਨੇ ਤਾਂ ਲੱਗਦਾ ਵੀ ਤੁਹਾਡੀ ਇਹਦਾ ਮਤਲਬ ਨੀਅਤ ਸਾਫ਼ ਨਹੀਂ ਹੈ, ਤੁਸੀਂ ਜਿਸ ਨੀਅਤ ਨਾਲ ਇਹ ਐਕਟ ਲੈ ਕੇ ਆਣਾ ਚਾਹੁੰਦੇ ਸੀਗੇ। ਅਗਰ ਨੀਅਤ ਸਾਫ਼ ਹੁੰਦੀ ਤਾਂ ਮੈਨੂੰ ਲੱਗਦਾ ਕਿ ਇਹ ਐਕਟ 2018 ਦੇ ਵਿੱਚ ਹੀ ਆ ਜਾਂਦਾ ਔਰ ਅੱਜ ਅਸੀਂ ਜਿੰਨੀ ਮਰਜ਼ੀ ਡਾਈਵਰਸੀਫਿਕੇਸ਼ਨ ਇਸ ਉਹਦੇ ਉੱਤੇ ਹੀ ਕਰ ਲੈਂਦੇ। ਨਹੀਂ ਕੀਤਾ ਗਿਆ ਦੋਸਤੋ, ਅੱਜ ਅਸੀਂ ਇਸ ਨੂੰ ਭੁਗਤ ਰਹੇ ਹਾਂ। ਇਸੇ ਕਰਕੇ ਸਾਡੇ ਫਾਰਮਰ ਜਿਹੜੇ ਹੈਗੇ ਨੇ ਉਹ ਅਲਟਰਨੇਟਿਵ ਕ੍ਰੌਪਸ ਲਗਾਉਂਦੇ ਹੀ ਨਹੀਂ ਹੈ, ਸਿਰਫ ਵੀਟ ਤੇ ਪੈਡੀ 'ਚ ਹੀ ਫਸੇ ਹੋਏ ਹੈ। ਤੇ ਵੀਟ ਪੈਡੀ ਨੇ ਸਾਡੀ ਜ਼ਮੀਨਾਂ ਦਾ ਕੀ ਹਾਲ ਕਰਤਾ ਹੈ ਤਾਂ ਉਹ ਤੁਹਾਡੇ ਸਾਹਮਣੇ ਹੀ ਹੈ। ਹੁਣੀ ਜਦੋਂ ਅਕਤੂਬਰ ਦੇ ਵਿੱਚ ਆ ਪੈਡੀ ਪਰਾਲੀ ਜਲਾਣੀ ਹੈ ਲੋਕਾਂ ਨੇ, ਫਿਰ ਸਾਡੇ ਤੇ ਹੀ ਐਲੀਗੇਸ਼ਨ ਲੱਗਦੇ ਨੇ ਕਿ ਜਿਹੜੇ ਪੰਜਾਬ ਦਾ ਕਿਸਾਨ ਹੈ ਉਹ ਪੈਡੀ ਨੂੰ ਅੱਗ ਲਗਾਈ ਜਾ ਰਿਹਾ ਹੈ ਤੇ ਸਾਰੇ ਕੰਟਰੀ 'ਚ ਮਤਲਬ ਇਹਨੇ ਪੋਲੂਸ਼ਨ ਫੈਲਾ ਰੱਖਿਆ। ਸੋ ਇਦਾਂ ਦੀਆਂ ਚੀਜ਼ਾਂ ਨੇ, ਇਹ ਕੋਈ ਇੱਕ ਬੰਦੇ ਦੇ ਹੱਲ ਕਰਨ ਨਾਲ ਨਹੀਂ ਹੁੰਦੀਆਂ। ਇਹਦੇ ਲਈ ਪੂਰਾ ਵਿਆਪਕ ਇੱਕ ਨੀਤੀ ਬਣਨੀ ਚਾਹੀਦੀ ਹੈ ਔਰ ਉਹ ਆਲਰੇਡੀ ਹੈ ਪਰ ਨਹੀਂ ਲਾਗੂ ਕੀਤੀ ਜਾ ਰਹੀ। ਇਸ ਦਾ ਮੈਨੂੰ ਅਫਸੋਸ ਹੈ ਵੀ ਇੰਨੀ 2016 ਤੋਂ ਲੈ ਕੇ 2018 ਤੱਕ ਪਰ ਇਹ ਸਿਰੇ ਨਹੀਂ ਚੜ ਸਕਿਆ ਹਜੇ ਤੱਕ। ਕੁਲਦੀਪ ਸਿੰਘ ਧਾਲੀਵਾਲ ਦਮਗਜੇ ਮਾਰਨੋਂ ਤਾਂ ਬੜੇ ਤਗੜੇ ਹੋਰ ਮੁੱਦਿਆਂ ਤੇ ਪ੍ਰੈਸ ਕਾਨਫਰੰਸਾਂ ਕਰੀ ਜਾਣਗੇ। ਇੱਥੇ ਰੂਲ ਫਰੇਮ ਕਰਨਾ ਕਿੰਨਾ ਔਖਾ, ਇੱਧਰ ਧਿਆਨ ਦੇਣ। ਸੈਡੀਸ਼ਨ ਲਾ ਜਿਹੜਾ ਉਹਦੇ ਉੱਤੇ ਸੁਪਰੀਮ ਕੋਰਟ ਫਾਈਨਲ ਹਰਫ ਚਾਹੁੰਦੀ ਸੀ, ਕੇਂਦਰ ਕਹਿੰਦਾ ਰਿਵਿਊ ਫਾਈਨਲ ਦੌਰ 'ਚ ਹੈ। ਭਾਸਕਰ ਸਾਹਿਬ ਇੱਕ ਹਲਕੀ ਜਿਹੀ ਜਾਣਕਾਰੀ ਦੇ ਦਿਓ, ਫਿਰ ਵਿਰਾਮ ਦਈਏ ਗੱਲਬਾਤ। ਸੈਡੀਸ਼ਨ, ਦੇਸ਼ ਦਰੋਹ ਦੇ ਬਹੁਤ ਸਾਰੇ ਕੇਸਿਸ ਪਿਛਲੇ ਦਿਨਾਂ ਦੇ ਵਿੱਚ, ਖਾਸ ਕਰਕੇ ਨਵੀਂ ਸਰਕਾਰ 2014 ਤੋਂ ਬਾਅਦ ਬਣੀ ਸੀਗੀ, ਕਾਫੀ ਲੋਕਾਂ ਨੂੰ ਔਰ ਬਹੁਤ ਸਾਰੇ ਮੀਡੀਆ ਪਰਸਨੈਲਿਟੀ ਨੂੰ, ਇੰਟੈਲੈਕਚੁਅਲਸ ਨੂੰ ਵੀ ਇਸ ਐਕਟ ਨੂੰ ਲਾਉਣ ਤੋਂ ਬਾਅਦ ਜੇਲ੍ਹਾਂ ਦੇ ਵਿੱਚ ਪਾਇਆ ਗਿਆ। ਔਰ ਬਾਅਦ ਚੋਂ ਸੁਪਰੀਮ ਕੋਰਟ ਨੇ ਇਸ ਮੁੱਦੇ ਦੇ ਸੀਓਮੋਟੋ ਨੋਟਿਸ ਲੈਂਦੇ ਹੋਏ ਕਾਫੀ ਵਾਰ ਗੱਲ ਵੀ ਹੋਈ ਔਰ ਇੱਕ ਵਾਰ ਤੇ ਸੁਪਰੀਮ ਕੋਰਟ ਨੇ ਤਕਰੀਬਨ ਸਾਰੇ ਰਾਜਾਂ ਨੂੰ ਇਹ ਆਰਡਰ ਦਿੱਤੇ ਸੀਗੇ ਵੀ ਦੇਸ਼ ਦਰੋਹ ਦੇ ਨਵੇਂ ਮੁਕੱਦਮੇ ਕਿਸੇ ਵੀ ਤਰੀਕੇ ਨਾਲ ਦਰਜ ਨਹੀਂ ਹੋਣੇ ਚਾਹੀਦੇ ਸੀ। ਇਹ ਬਹਿਸ ਚੱਲ ਰਹੀ ਸੀ ਔਰ ਸੋਲੀਸਿਟਰ ਜਨਰਲ ਖੁਦ ਪੇਸ਼ ਹੋਏ ਸੁਪਰੀਮ ਕੋਰਟ ਦੇ ਵਿੱਚ। ਉਹਨਾਂ ਨੇ ਇਸ ਮੁੱਦੇ ਦੇ ਉੱਤੇ ਸੁਪਰੀਮ ਕੋਰਟ ਨੂੰ ਰਿਕੁਐਸਟ ਕੀਤੀ ਕਿ ਹਜੇ ਤੁਸੀਂ ਕੋਈ ਆਰਡਰ ਜਾਰੀ ਨਾ ਕਰੋ ਕਿਉਂਕਿ ਸਰਕਾਰ ਇਸ ਐਕਟ ਦੇ ਵਿੱਚ ਅਮੈਂਡਮੈਂਟ ਲੈ ਕੇ ਆ ਰਹੀ ਹੈ। ਹੋ ਸਕਦਾ ਹੈ ਕਿ ਆਉਣ ਵਾਲੇ ਮੌਨਸੂਨ ਸੈਸ਼ਨ ਦੇ ਵਿੱਚ ਇਸ ਮੁੱਦੇ ਦੇ ਉੱਤੇ ਸਰਕਾਰ ਅੱਗੇ ਵਧਦੀ ਹੋਈ ਨਜ਼ਰ ਆਏ। ਇਸ ਕਰਕੇ ਸੁਪਰੀਮ ਕੋਰਟ ਨੇ ਵੀ ਸੋਲੀਸਿਟਰ ਜਨਰਲ ਦੇ ਇਸ ਬਿਆਨ ਨੂੰ ਕਥਿਤ ਤੌਰ ਤੇ ਰਿਕਾਰਡ ਕਰਨ ਤੋਂ ਬਾਅਦ ਇਹ ਕਹਿਤਾ ਕਿ ਹੁਣ ਅਗਸਤ ਦੇ ਵਿੱਚ ਇਸ ਮੁੱਦੇ ਦੇ ਉੱਤੇ ਦੁਬਾਰਾ ਹੀਅਰਿੰਗ ਸ਼ੁਰੂ ਹੋਏਗੀ ਕਿਉਂਕਿ
ਸੋਲੀਸਿਟਰ ਜਨਰਲ ਉਹਨਾਂ ਦਾ ਕਹਿਣਾ ਹੈ ਕਿ ਇਹਦੇ ਵਿੱਚ ਸਰਕਾਰ ਇੱਕ ਅਮੈਂਡਮੈਂਟ ਲੈ ਕੇ ਆ ਰਹੀ ਹੈ ਜਿਹੜੀ ਪਾਰਲੀਮੈਂਟ ਦੇ ਵਿੱਚ ਕਾਨੂੰਨ ਦੇ ਵਿੱਚ ਕੋਈ ਸੰਸ਼ੋਧਨ ਹੋ ਸਕਦਾ ਹੈ। ਇਹ ਫਿਲਹਾਲ ਮੁੱਦਾ ਅਗਸਤ ਤੱਕ ਟਲ ਜ਼ਰੂਰ ਗਿਆ ਪਰ ਸੁਪਰੀਮ ਕੋਰਟ ਸੈਡੀਸ਼ਨ ਦੇ ਮੁੱਦੇ ਦੇ ਉੱਤੇ ਕਾਫੀ ਸੀਰੀਅਸ ਨਜ਼ਰ ਆਇਆ ਔਰ ਉਸ ਸੀਰੀਅਸਨੈਸ ਦੇ ਰਾਹੀਂ ਸਰਕਾਰ ਦੇ ਉਸ ਆਸ਼ਵਾਸਨ ਨੂੰ ਜ਼ਰੂਰ ਮੰਨ ਲਿਆ ਪਰ ਅਗਸਤ ਦੇ ਵਿੱਚ ਇਸ ਮੁੱਦੇ ਦੇ ਉੱਤੇ ਸੁਣਵਾਈ ਹੋਏਗੀ। ਇਹ ਵੀ ਸੁਪਰੀਮ ਕੋਰਟ ਦਾ ਸਿੱਧੇ ਤੌਰ ਤੇ ਕੱਲ ਕਹਿਣਾ ਸੀਗਾ। ਵੈਸੇ ਆਮ ਇੰਟੈਲੈਕਚੁਅਲਸ ਦਾ, ਸਿਆਣੇ ਲੋਕਾਂ ਦਾ ਮੰਨਣਾ ਕਿ ਕਿਸੇ ਵੀ ਦੇਸ਼ ਦੇ ਵਿੱਚ ਦੇਸ਼ ਧਰੋਹ, ਨੈਸ਼ਨਲ ਸਿਕਿਉਰਿਟੀ ਐਕਟ, ਯੂਆਪਾ ਵਰਗੇ ਜਿਹੜੇ ਕਾਨੂੰਨ ਆ, ਇਹਨਾਂ ਦੀ ਕੋਈ ਸਥਾਨ ਨਹੀਂ ਹੋਣਾ ਚਾਹੀਦਾ। ਖੁੱਲ੍ਹ ਕੇ ਵਿਚਰਨ ਦਾ ਹੱਕ ਹੋਣਾ ਚਾਹੀਦਾ ਸਾਰਿਆਂ ਨੂੰ। ਕੁਦਰਤੀ ਤੌਰ ਤੇ ਦੇਸ਼ ਭਗਤੀ ਦੀ ਭਾਵਨਾ ਆਪਣੇ ਆਪ ਦੇ ਵਿੱਚ ਜ਼ਿਆਦਾ ਵੱਡੀ ਹੋਣੀ ਚਾਹੀਦੀ ਆ, ਜਿਹੜੀ ਕਿਸੇ ਵੀ ਗਲਤ ਬੰਦੇ ਨੂੰ ਦਰਕਨਾਰ ਕਰਦੇ ਉਹਨੂੰ ਚੱਕ ਕੇ ਵੈਸੇ ਹੀ ਹੂੰਜ ਕੇ ਸਮਾਜਿਕ ਕੰਸਰਨ ਦੇ ਨਜ਼ਰੀਏ ਤੋਂ ਪਾਸੇ ਸੁੱਟ ਦੇ। ਤੇ ਇਹ ਕਿਉਂਕਿ ਪੋਲੀਟੀਕਲ ਵੰਡੈਟਾ, ਸਿਆਸੀ ਬਦਲਾਖੋਰੀ, ਸਿਆਸੀ ਦੁਸ਼ਮਣੀਆਂ ਕੱਢਣ ਲਈ ਇਹ ਜ਼ਿਆਦਾ ਮਾਮਲੇ ਜਾਣੇ ਜਾਂਦੇ ਆ। ਇਸ ਕਰਕੇ ਕਿਸੇ ਭਾਰਤ ਵਰਗੇ ਦੇਸ਼ ਦੇ ਵਿੱਚ ਇਹਨਾਂ ਕਾਨੂੰਨਾਂ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ। ਇੱਕ ਖੁੱਲਾਪਣ, ਇੱਕ ਖੁੱਲ੍ਹਦਿਲੀ ਉਹ ਬੜੀ ਅਹਿਮ ਆ। ਪਰ ਦੇਖੋ ਸੁਪਰੀਮ ਕੋਰਟ ਦੇ ਵਿੱਚ ਆਉਂਦੇ ਦਿਨਾਂ ਦੇ ਵਿੱਚ ਇਹਨੂੰ ਕਿਵੇਂ ਨਜਿੱਠਿਆ ਜਾਂਦਾ ਮਾਮਲੇ ਨੂੰ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਥੈਂਕ ਯੂ ਜੀ। ਜੀ, ਥੈਂਕ ਯੂ।